एकदम ये फैसला आया ਜਾਂ उम्मीद सी कि ये होएगा? नहीं, उम्मीद सी भी एक दिन प्रधानमंत्री का हੱਥ टुटेगा। ਜਿਹੜੇ ਲੋਕ ਬਹੁਤ ਸਖਤ ਖਵਾਉਂਦੇ ਆ ਨਾ, ਉਹ ਜਦੋਂ ਟੁੱਟਣ ਲੱਗਦੇ ਫਿਰ ਇੱਕਦਮ ਹੀ ਟੁੱਟਦੇ ਆ। ਤੇ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਸੀ, ਜਿਹੜਾ ਕਹਿੰਦੇ ਨੇ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਕਦੇ ਪਿੱਛੇ ਨਹੀਂ ਹਟਦਾ। ਮੈਂ ਕਿਹਾ ਸੀ ਜਿੱਦਣ ਟੁੱਟਣ ਲੱਗਿਆ ਦੇਖਿਓ ਫਿਰ ਤੜਕ ਟੁੱਟੂਗਾ। ਸਾਨੂੰ ਅੰਦੋਲਨ ਜੀਵੀ ਖਾਲਿਸਤਾਨੀ ਪਤਾ ਨਹੀਂ ਕੀ ਕੁਝ ਸਾਨੂੰ ਅਨਪੜ੍ਹ ਗੰਵਾਰ ਬੜਾ ਕੁਝ ਸਾਨੂੰ ਕਿਹਾ ਗਿਆ ਸੀ ਤੇ ਅੱਜ ਉਹਦੀ ਮਾਫੀ ਵੀ ਮੰਗੀ। ਵਕਤ ਜਿਹੜਾ ਨਾ ਤੁਸੀਂ ਟਰਮੇ ਨਾਲ ਚੱਲਦੇ ਰਹੋ ਤੇ ਵਕਤ ਤੇ ਸੱਚ ਜਿਹੜਾ ਉੱਪਰ ਕੇ ਸਾਹਮਣੇ ਆਉਂਦਾ ਹੈ, ਉਹ ਅੱਜ ਸੱਚ ਸਾਹਮਣੇ ਆ ਰਿਹਾ। ਦੇ ਤੌਰ ਤੇ ਪੁੱਛਾਂ ਕੀ ਤੁਸੀਂ ਪੰਜਾਬ ਦੀ ਅਗਵਾਈ ਕਰਨ ਨੂੰ ਤਿਆਰ ਹੋ? नहीं, मैं कुछ नहीं अज कह सकता। हाले मोर्चा जिन्नी देर तक पूरी तरह जित नहीं लेंदे उन्नी देर तक असी सोच भी नहीं सकते। जे लोगों ने सेवा लेनी है तो लोगों को भी अपना मन बदलना पऊ। शराबां तो तोबा करनी पऊ, पैसे तो तोबा करनी पऊ, जिहड़ियां फैसिलिटीज दिंदे ने उन्होंने तोबा करनी पऊ, ठीक बंदा चुनना पऊ, बिना खर्चे ते चुनना पऊ। ਇੰਨਾ ਜ਼ਿਆਦਾ ਕ੍ਰਾਈਸਿਸ, ਇੰਨਾ ਜ਼ਿਆਦਾ ਸੰਕਟ ਹੈ, ਫਿਰ ਕੁਝ ਬਦਲ ਬਣਨਾ ਚਾਹੀਦਾਗਾ। ਉਹ ਬਦਲ ਦੇ ਵਾਹਕ ਤੁਸੀਂ ਵੀ ਹੋ। ਕੁਛ ਤੁਹਾਡੇ ਜੁਮੇ ਕੁਦਰਤ ਨੇ ਲਾਇਆ। ਤੁਹਾਡੇ ਕੋਲੋਂ ਕੋਈ ਸੇਵਾ ਲੈਣੀ ਹੈ, ਉਹ ਤੁਹਾਡੇ ਜੁਮੇ ਲਾਤੀ, ਤੁਸੀਂ ਉਹ ਕਰੀ ਜਾਂਦੇ ਹੋ। ਕੁਦਰਤ ਦੀ ਸਮਾਰਖਾਂ ਹੈ, ਉਹਨੇ ਜੋ ਮੇਰੀ ਜੁਮੇ ਡਿਊਟੀ ਲਾਤੀ, ਮੈਂ ਸ਼ੁਕਰਗੁਜ਼ਾਰ ਹਾਂ ਉਹਦਾ। ਇਹ ਡਿਊਟੀ ਨੇਚਰ ਨੇ ਲਾਤੀ ਤੇ ਜਿਹਨੇ ਲਾਤੀ ਕਰਾਂਗੇ, ਫਿਰ ਮੈਂ ਕੌਣ ਹਾਂ ਜਵਾਬ ਦੇਣ ਵਾਲਾ? नहीं, मैं कुछ नहीं अज कह सकता। हाले मोर्चा जिन्नी देर तक पूरी तरह जित नहीं लेंदे उन्नी देर तक असी सोच भी नहीं सकते। ਇੰਨਾ ਜ਼ਿਆਦਾ ਕ੍ਰਾਈਸਿਸ, ਇੰਨਾ ਜ਼ਿਆਦਾ ਸੰਕਟ ਹੈ, ਫਿਰ ਕੁਝ ਬਦਲ ਬਣਨਾ ਚਾਹੀਦਾਗਾ। ਉਹ ਬਦਲ ਦੇ ਵਾਹਕ ਤੁਸੀਂ ਵੀ ਹੋ। ਇਹ ਡਿਊਟੀ ਨੇਚਰ ਨੇ ਲਾਤੀ ਤੇ ਜਿਹਨੇ ਲਾਤੀ ਕਰਾਂਗੇ, ਫਿਰ ਮੈਂ ਕੌਣ ਹਾਂ ਜਵਾਬ ਦੇਣ ਵਾਲਾ? ਇੱਕ ਗੱਲ ਜ਼ਰੂਰ ਮੈਂ ਚੌਕਸ ਕਰਾਂਗਾ ਸਾਰੇ ਦੇਸ਼ ਵਾਸੀਆਂ ਨੂੰ, ਖਾਸ ਤੌਰ ਤੇ ਪੰਜਾਬੀਆਂ ਨੂੰ, ਇਹ ਲੜਾਈ ਜਿੱਤਣ ਤੋਂ ਬਾਅਦ ਲੜਾਈ ਖਤਮ ਨਹੀਂ ਹੋਈ। ਹਰ ਵੇਲੇ ਪੱਬਾਂ ਪਾਰ ਰਹਿਣਾ ਪਊ। ਉਹ ਜਿਹੜਾ ਤੁਹਾਡਾ ਦੁਸ਼ਮਣ ਹੈ, ਉਹ ਬਹੁਤ ਗਹਿਰੀ ਅੱਖ ਨਾਲ ਦੇਖ ਰਿਹਾ, ਤੁਹਾਨੂੰ ਕੋਖ ਰਿਹਾ। ਜਿੱਦਣ ਥੋੜਾ ਜਿਹਾ ਸੌਂਗੇ ਉਹਨੇ ਫਿਰ ਡੰਗ ਮਾਰਨਾ। ਇਸ ਕਰਕੇ ਹਰ ਵੇਲੇ ਚੌਕਸ ਰਹਿਣ ਦਾ ਸਮਾਂ ਆ ਗਿਆ। ਬਹੁਤ ਹੀ ਕੇਅਰਫੁਲ ਰਹਿਣ ਦੀ ਲੋੜ ਹੈ। ਇੱਕ ਇੱਕ ਸ਼ਬਦ ਦੇਖਣਾ ਹੁੰਦਾ ਹੈ। ਉਹ ਤਾਂ ਕਹੀ ਗਏ ਨੇ ਬਹੁਤ ਵਧੀਆ ਕਾਨੂੰਨ ਨੇ, ਔਰ ਐਸੀ ਸ਼ਬਦ ਜੰਗ ਸੀ ਇਹ, ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਸੀ। ਅਸੀਂ ਚੌਕਸ ਰਹੇ, ਨਿਕਲਿਆ। ਉਹ ਫੇਰ ਕੋਈ ਸਾਨੂੰ ਸ਼ਬਦ ਜਾਲ ਪਾ ਦੇਣ, ਇਹਦੇ ਲਈ ਚੌਕਸ ਰਹਿਣਾ ਜ਼ਰੂਰੀ ਹੈ। ਜੇ ਹੁਣ ਇਹ ਜਿੱਤ ਹੋ ਗਈ, ਜਸ਼ਨ ਮਨਾ ਲਿਆ, ਲਾ ਕਰਕੇ, ਕਿਤੇ ਲੱਡੂ ਵੰਡ ਲਏ, ਕਿਤੇ ਅੱਜ ਪਟਾਕੇ ਚੱਲ ਰਹੇ ਨੇ, ਲੋਕੀ ਦੀਵਾਲੀ ਮਨਾ ਰਹੇ ਨੇ, ਤੇ ਇਹ ਜੋਸ਼ ਚੱਕ ਕੇ ਹੋਸ਼ ਭੁੱਲ ਗਏ ਤੇ ਫਿਰ ਰਗੜਾ ਪੈ ਜਾਊ। ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜ਼ੇਰਾ। ਪੱਥਰ ਤੇ ਨਕਸ਼ ਹਾਂ ਮੈਂ, ਮਿੱਟੀ ਤੇ ਤਾਂ ਨਹੀਂ ਹਾਂ, ਜਿੰਨਾ ਮੈਨੂੰ ਮਿਟਾਇਆ ਮੈਂ ਹੁੰਦਾ ਗਿਆ ਡੂੰਘੇਰਾ। ਕਿਸਾਨ ਅੰਦੋਲਨ ਨੇ ਸੁਨੇਹਾ ਕਵਿਤਾ ਵਰਗਾ ਦਿੱਤਾ। ਕਿਸਾਨ ਅੰਦੋਲਨ ਦੀ ਸਿਆਸਤ ਨੇ ਦੇਸ਼ ਨੂੰ ਇੱਕ ਨਵਾਂ ਸੁਨੇਹਾ ਦਿੱਤਾ ਹੈ ਤੇ ਕਿਸਾਨ ਅੰਦੋਲਨ ਦੇ ਜ਼ਰੀਏ ਦੇਸ਼ ਅੱਗੇ ਵਧਿਆ ਤੇ ਦੇਸ਼ 'ਚ ਆਪੋਜੀਸ਼ਨ ਕੀ ਹੁੰਦੀ ਹੈ ਇਹ ਵੀ ਸਿਖਾਇਆ ਕਿ ਰੀਅਲ ਆਪੋਜੀਸ਼ਨ ਕੀ ਸੀ। ਇਸ ਮਸਲੇ ਦੇ ਉੱਤੇ ਲਗਾਤਾਰ ਰੈਫਰੈਂਸ ਆਉਂਦਾ ਸੀ ਪਗੜੀ ਸੰਭਾਲ ਜੱਟਾ ਲਹਿਰ ਦਾ, ਰੈਫਰੈਂਸ ਆਉਂਦਾ ਸੀ ਟਕੈਤ ਵੱਲੋਂ ਕਿਸੇ ਦੌਰ 'ਚ ਕੀਤੇ ਅੰਦੋਲਨ ਦਾ, ਰੈਫਰੈਂਸ ਆਉਂਦੇ ਸੀ ਇਸ ਦੇਸ਼ ਦੇ ਬਹੁਤ ਸਾਰੇ ਸੰਘਰਸ਼ਾਂ ਦੇ। ਅੱਜ ਸਾਡੇ ਨਾਲ ਸੀਨੀਅਰ ਰੀਡਰ ਬਲਬੀਰ ਸਿੰਘ ਰਾਜਾਲ ਨੇ ਗੱਲਬਾਤ ਕਰਦੇ ਹਾਂ ਕਿਵੇਂ ਦੇਖ ਰਹੇ ਨੇ। ਔਰ ਅੰਦੋਲਨ ਨੇ ਇਹ ਵਾਰਤਾ ਲਿਖਿਆ ਕਿ ਅੰਦੋਲਨ ਦੇ ਲੀਡਰ ਕੋਈ ਹੋਰ ਵਾਰਤ ਵੀ ਲਿਖਣਗੇ। ਗੱਲਬਾਤ ਸ਼ੁਰੂ ਕਰਦੇ ਹਾਂ। ਰਾਜਲ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੀ ਲੱਗਦਾ ਤੁਹਾਨੂੰ ਇੱਕਦਮ ਇਹ ਫੈਸਲਾ ਆਇਆ ਜਾਂ ਉਮੀਦ ਸੀ ਕਿ ਇਹ ਹੋਏਗਾ ਜੋ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ? ਨਹੀਂ, ਉਮੀਦ ਸੀ ਵੀ ਇੱਕ ਦਿਨ ਪ੍ਰਧਾਨ ਮੰਤਰੀ ਦਾ ਹੱਥ ਟੁੱਟੇਗਾ। ਜਿਹੜੇ ਲੋਕ ਬਹੁਤ ਸਖਤ ਖਵਾਉਂਦੇ ਆ ਨਾ, ਉਹ ਜਦੋਂ ਟੁੱਟਣ ਲੱਗਦੇ ਫਿਰ ਇੱਕਦਮ ਹੀ ਟੁੱਟਦੇ ਆ। ਤੇ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਸੀ, ਜਿਹੜਾ ਕਹਿੰਦੇ ਨੇ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਕਦੇ ਪਿੱਛੇ ਨਹੀਂ ਹਟਦਾ। ਮੈਂ ਕਿਹਾ ਸੀ ਜਿੱਦਣ ਟੁੱਟਣ ਲੱਗਿਆ ਦੇਖਿਓ ਫਿਰ ਤੜਕ ਟੁੱਟੂਗਾ। ਉਹੀ ਗੱਲ ਹੋਈ। ਅੱਜ ਤਿੰਨੇ ਕਾਨੂੰਨ ਵਾਪਸ ਲੈਣ ਵਾਸਤੇ ਐਸਾ ਟੁੱਟਿਆ, ਫਿਰ ਮੁਆਫੀ ਵੀ ਮੰਗੀ ਲੋਕਾਂ ਕੋਲੋਂ, ਔਰ ਅੰਦੋਲਨ ਦੀ ਸਾਰੀ ਗੱਲ ਨੂੰ ਠੀਕ ਮੰਨ ਕੇ, ਜਿਨ੍ਹਾਂ ਨੂੰ ਕਦੇ ਸਾਨੂੰ ਅੰਦੋਲਨ ਜੀਵੀ ਖਾਲਿਸਤਾਨੀ ਪਤਾ ਨਹੀਂ ਕੀ ਕੁਝ ਸਾਨੂੰ ਅਨਪੜ੍ਹ ਗੰਵਾਰ ਬੜਾ ਕੁਝ ਸਾਨੂੰ ਕਿਹਾ ਗਿਆ ਸੀ, ਤੇ ਅੱਜ ਉਹਦੀ ਮਾਫੀ ਵੀ ਮੰਗੀ। ਤੋ ਵਕਤ ਜਿਹੜਾ ਨਾ, ਤੁਸੀਂ ਟਰਮੇ ਨਾਲ ਚੱਲਦੇ ਰਹੋ
ਤੇ ਵਕਤ ਤੇ ਸੱਚ ਜਿਹੜਾ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹ ਅੱਜ ਸੱਚ ਸਾਹਮਣੇ ਆਇਆ ਹੈ। ਐਮਐਸਪੀ ਦੀ ਗੱਲ ਦੇ ਉੱਤੇ ਲਗਾਤਾਰ ਚਰਚਾ ਚੱਲ ਰਹੀ ਹੈ। ਹੁਣ ਤੁਹਾਡਾ ਸਟੈਪ ਕੀ ਹੈਗਾ? ਕੀ ਤੁਹਾਨੂੰ ਕੋਈ ਆਫੀਸ਼ੀਅਲ ਕਾਲ ਆਈ ਹੈ ਹੁਣ ਤੱਕ ਇਹ ਸਾਰੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ, ਕਿਸੇ ਅਫਸਰ ਦੀ, ਕਿਸੇ ਲੀਡਰ ਦੀ? ਨਹੀਂ, ਕਾਲ ਨਹੀਂ। ਇੱਕ ਜ਼ਰੂਰ ਹੈ, ਬਹੁਤ ਵਾਰੀ ਇਹ ਡਿਸਕਸ ਹੋ ਚੁੱਕਾ ਭਈ ਦੇਸ਼ ਦੇ 2 ਹੀ ਸੂਬੇ ਨੇ, ਪੰਜਾਬ ਤੇ ਹਰਿਆਣਾ, ਜਿੱਥੇ ਐਮਐਸਪੀ ਲਾਗੂ ਹੈ। ਬਾਕੀ ਸਾਰੇ ਦੇਸ਼ ਵਿੱਚ ਐਮਐਸਪੀ ਲਾਗੂ ਨਹੀਂ ਹੁੰਦੀ। ਇਹਦਾ ਨਤੀਜਾ ਇਹ ਹੈ, ਬਿਹਾਰ 'ਚ 900 ਰੁਪਏ ਝੋਨਾ ਜਿੰਨਾ ਮਰਜ਼ੀ ਖਰੀਦ ਲਓ, ਐਮਐਸਪੀ 1925 ਰੁਪਏ ਹੈ। ਔਰ ਇੱਥੇ ਸਾਡੇ ਗੁਆਂਢ 'ਚ ਯੂਪੀ ਦੇ ਵਿੱਚ ਤੁਸੀਂ 1200 ਤੋਂ 1400 ਰੁਪਏ ਤੱਕ ਜਿੰਨਾ ਮਰਜ਼ੀ ਝੋਨਾ ਖਰੀਦ ਲਓ, ਐਮਐਸਪੀ ਹੈ ਨਹੀਂ। ਤੇ ਇਸ ਕਰਕੇ ਸਾਡੀ ਇਹ ਮੰਗ ਸੀ ਵੀ ਸਰਕਾਰ ਸਾਰੇ ਦੇਸ਼ ਦੇ ਕਿਸਾਨਾਂ ਲਈ ਜਿਹੜੀਆਂ 23 ਫਸਲਾਂ ਦੀ ਐਮਐਸਪੀ ਤੈਅ ਕਰਦੀ ਹੈ, ਉਹ ਸਾਰੀਆਂ ਸਰਕਾਰ ਐਮਐਸਪੀ ਤੇ ਖਰੀਦਣਾ ਸ਼ੁਰੂ ਕਰੇ ਔਰ ਉਹਦੇ ਲਈ ਇੱਕ ਗਾਰੰਟੀ ਦੇਵੇ ਤਾਂ ਕਿ ਇਹ ਤੋਂ ਘੱਟ ਕੋਈ ਖਰੀਦ ਨਾ ਸਕੇ। ਮਿਸਾਲ ਦੇ ਤੌਰ ਤੇ ਪੰਜਾਬ 'ਚ ਡਾਈਵਰਸੀਫਿਕੇਸ਼ਨ ਕਿਉਂ ਨਹੀਂ ਹੁੰਦੀ? ਕਿਉਂਕਿ ਦਾਲਾਂ ਔਰ ਆਇਲ ਸੀਡ ਅਸੀਂ ਇੰਨੇ ਪੈਦਾ ਕਰ ਸਕਦੇ ਹਾਂ, ਅਸੀਂ ਦੇਸ਼ ਨੂੰ ਸਰਪਲਸ ਕਰ ਸਕਦੇ ਹਾਂ ਇਸ ਮਾਮਲੇ 'ਚ, ਜਦਕਿ ਅਸੀਂ 1.5 ਲੱਖ ਕਰੋੜ ਦੇ ਦਾਲਾਂ ਤੇ ਐਡੀਬਲ ਆਇਲ ਵਿਦੇਸ਼ਾਂ ਤੋਂ ਮੰਗਵਾਉਂਦੇ ਹਾਂ। ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਦਾਲਾਂ ਖਰੀਦਣ ਲੱਗ ਜਾਓ, ਤੇਲ ਬੀਜ ਖਰੀਦਣ ਲੱਗ ਜਾਓ, ਇੱਥੇ ਆਪਣੇ ਦੇਸ਼ 'ਚ ਹੀ ਤੁਸੀਂ ਐਕਸਪੋਰਟ ਕਰਨ ਦੇ ਕਾਬਲ ਹੋ ਜਾਓਗੇ। ਜੇ 7200 ਰੁਪਏ ਮੂੰਗੀ ਦੀ ਦਾਲ ਦੀ ਐਮਐਸਪੀ ਹੈ, ਜੇ ਅਸੀਂ ਵੇਚਣੀ ਹੈ ਤਾਂ 3000 ਨੂੰ ਵਿਕਦੀ ਹੈ। ਜੇ ਸਰਕਾਰ ਖਰੀਦੇ ਤਾਂ 56,000 ਰੁਪਏ ਦੀ ਮੂੰਗੀ ਹੋ ਜੇ। ਤੇ ਮੂੰਗੀ ਨੇ ਧਰਤੀ ਵਿੱਚ ਨਾਈਟ੍ਰੋਜਨ ਛੱਡਣੀ ਹੈ, ਉਪਜਾਊ ਹੋਣਾ ਧਰਤੀ ਨੇ ਉਹਦੇ ਨਾਲ। ਉਹ ਤੇ ਖਰਚਾ ਕੋਈ ਹੈ ਨਹੀਂ, ਮਿਹਨਤ ਵੀ ਕੋਈ ਬਹੁਤੀ ਨਹੀਂ। ਤੇ ਝੋਨੇ ਉੱਤੇ ਅਸੀਂ ਲਗਾਤਾਰ ਪੱਬਾਂ ਭਾਰ ਰਹੇ ਹਾਂ ਤੇ ਝੋਨੇ ਵਿੱਚ ਵੀ ਇੰਨੇ ਕੇ ਪੈਸੇ ਵੱਟ ਹੁੰਦੇ ਆ ਔਰ ਅਸੀਂ ਪਾਣੀ ਖਤਮ ਕਰੀ ਜਾ ਰਹੇ ਹਾਂ। ਜੇ ਸਰਕਾਰ ਦਾਲ ਖਰੀਦੇ ਤਾਂ ਅਸੀਂ ਤਾਂ ਦਾਲਾਂ ਹੀ ਦਾਲਾਂ ਕਰ ਦਿਆਂਗੇ, ਐਕਸਪੋਰਟ ਕਰ ਲੈ ਜਿੰਨੀਆਂ ਮਰਜ਼ੀ। ਇਸੇ ਤਰ੍ਹਾਂ ਤੇਲ ਬੀਜ ਨੇ, ਫਿਰ 1.5 ਲੱਖ ਕਰੋੜ ਸਰਕਾਰ ਦਾ ਜਿਹੜਾ ਇੰਪੋਰਟ ਬਿੱਲ ਹੈ ਉਹ ਬਚ ਜਾਂਦਾ ਹੈ। ਤਾਂ ਇਹ ਸਾਰੀਆਂ ਗੱਲਾਂ ਅਸੀਂ ਸਰਕਾਰ ਨਾਲ ਡਿਸਕਸ ਕਰ ਚੁੱਕੇ ਹਾਂ। ਅਸੀਂ ਉਹਨਾਂ ਨੂੰ ਕਿਹਾ, ਉਹਨਾਂ ਨੇ ਜ਼ਿਕਰ ਕੀਤਾ ਜ਼ੀਰੋ ਬਜਟ ਵਾਲੀ ਖੇਤੀ ਦਾ ਜ਼ਿਕਰ ਵੀ ਕੀਤਾ, ਕੀ ਇਹ ਡਿਸਕਸ਼ਨ ਸੀਗਾ ਜਾਂ ਨਹੀਂ? ਉਹ ਉਹਨਾਂ ਨੇ ਆਪਣੇ ਕੋਲੋਂ ਕਹਿ ਦਿੱਤਾ। ਡਿਸਕਸ਼ਨ ਵਿੱਚ ਤਾਂ ਹੋਰ ਬਹੁਤ ਕੁਝ ਸੀ। ਡਿਸਕਸ਼ਨ ਵਿੱਚ ਤਾਂ ਜਿਹੜਾ ਉਹਨਾਂ ਨੇ ਕਿਹਾ ਵੀ ਜੀ ਸਾਨੂੰ ਪੈਸਾ ਨਹੀਂ ਸਾਡੇ ਕੋਲੋਂ ਹੋਣਾ, ਅਸੀਂ ਉਹ ਵੀ ਸਿੱਧ ਕੀਤਾ ਵੀ ਪੈਸਾ ਵੀ ਤੁਸੀਂ ਝੂਠ ਬੋਲਦੇ ਹੋ। ਖੇਤੀ ਵਾਸਤੇ, ਪ੍ਰੋਕਿਉਰਮੈਂਟ ਵਾਸਤੇ ਪੈਸੇ ਦਾ ਵੀ ਤੁਹਾਡੀ ਫਿਗਰਸ ਗਲਤ ਨੇ, ਅਸੀਂ ਉਹ ਵੀ ਕਰੈਕਟ ਕੀਤੀਆਂ। ਸਰਕਾਰ ਕੋਲ ਇੱਕ ਮਜ਼ੇਦਾਰ ਗੱਲ ਇਹ ਹੈ ਵੀ ਜੋ ਮਰਜ਼ੀ ਉਹ ਕਹੀ ਕਿ ਅਸੀਂ ਹਰ ਮੁੱਦੇ ਤੇ ਜਦੋਂ ਅਸੀਂ ਗੱਲ ਕੀਤੀ, ਹਰ ਪੈਰ ਤੇ ਸਰਕਾਰ ਨੂੰ ਪਿੱਛੇ ਹਟਣਾ ਪਿਆ। ਉਹਦੀ ਕੋਈ ਅੰਕੜਾ, ਕੋਈ ਉਹਨਾਂ ਦਾ ਲੌਜਿਕ ਸਾਡੇ ਲੌਜਿਕ ਦੇ ਸਾਹਮਣੇ ਟਿਕ ਨਹੀਂ ਸਕਿਆ। ਇੱਕ ਇਹ ਗੱਲ ਜਿਹੜੀ ਕਿਹਾ ਗਿਆ ਕਿ ਕਮੇਟੀ ਬਣੂਗੀ ਬਾਅਦ ਚੋਂ, ਇਹ ਕੀ ਫਾਰਮੈਟ ਤੁਹਾਨੂੰ ਕੋਈ ਇਸ ਦੇ ਜੋ ਡਿਸਕਸ਼ਨਾਂ ਚੱਲ ਰਹੀਆਂ ਸੀ, ਕੋਈ ਤੇ ਚਰਚਾ ਹੋਈ ਸੀ? ਹਾਂ, ਇਹ ਬਹੁਤ ਵਾਰੀ ਚਰਚਾ ਹੋਈ। ਜਦੋਂ ਪਹਿਲਾਂ 11 ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਚਰਚਾ ਹੋਈ ਸੀ। ਸਰਕਾਰ ਦਾ ਵੀ ਇਹ ਮਤ ਸੀ ਵੀ ਅਸੀਂ ਐਮਐਸਪੀ ਤੇ ਕਮੇਟੀ ਬਣਾ ਦਿੰਦੇ ਹਾਂ, ਸਾਡਾ ਵੀ ਇਹ ਮਤ ਸੀ। ਕਿਉਂਕਿ ਐਮਐਸਪੀ ਦਾ ਕਾਨੂੰਨ ਜਿਹੜਾ ਬਣਨਾ ਹੈ ਇਹ ਬੜਾ ਅਹਿਮੀਅਤ ਰੱਖਦਾ ਹੈ। ਇਹਦੇ ਵਾਸਤੇ ਸਟੇਕ ਹੋਲਡਰਸ ਦੀ ਰਾਏ ਲੈਣੀ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਜਿਹੜੇ ਕਾਨੂੰਨ ਬਣਾਏ, ਕਿਸੇ ਸਟੇਕ ਹੋਲਡਰ ਦੀ ਰਾਏ ਨਹੀਂ ਲਈ, ਕਿਸੇ ਨੂੰ ਪੁੱਛਿਆ ਤੱਕ ਨਹੀਂ, ਸਿੱਧਾ ਹੀ ਕੋਵਿਡ ਦੇ ਦੌਰਾਨ ਠੋਕਤੇ। ਤੇ ਉਹਦੇ ਬਾਅਦ ਕੋਵਿਡ ਦੇ ਦੌਰਾਨ ਨੇ ਪਾਰਲੀਮੈਂਟ ਸੈਸ਼ਨ ਸੱਦ ਕੇ ਧੱਕੇ ਨਾਲੇ ਪਾਸ ਕਰਾ ਲਏ। ਇਹੋ ਜਿਹੇ ਕਾਨੂੰਨ ਜਿਹੜੇ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰਦੇ ਹੋਣ, ਉਹਨਾਂ ਤੇ ਸਭ ਦੀ ਚਰਚਾ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਉਹਦੇ ਲਈ ਫਿਰ ਸਮਾਂ ਚਾਹੀਦਾ। ਅਸੀਂ ਉਹਨਾਂ ਨੂੰ ਕਿਹਾ ਵੀ 1 ਸਾਲ ਦੇ ਅੰਦਰ ਕਮੇਟੀ ਬਣਾਓ, 1 ਸਾਲ ਦੇ ਅੰਦਰ ਉਹ ਕਾਨੂੰਨ ਬਣਾਏ। ਉਸ ਕਮੇਟੀ ਦੇ ਵਿੱਚ ਸਾਡੇ ਵੀ ਮੈਂਬਰ ਉਨੇ ਹੋਣ, ਸਰਕਾਰ ਦੇ ਵੀ ਉਨੇ ਹੋਣ। ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਵੀ ਅਸੀਂ ਚਾਹਾਂਗੇ ਵੀ ਤੁਸੀਂ ਇੱਕ ਤਾਂ ਜਿਹੜੇ ਪਹਿਲੇ ਤੁਹਾਡੇ ਅਰਥ ਸ਼ਾਸਤਰੀ ਨੇ, ਉਹ ਕਾਰਪੋਰੇਟਸ ਦੇ ਏਜੰਟ ਨੇ, ਉਹ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ, ਹਰ ਕੰਮ ਕਾਰਪੋਰੇਟ ਦੇ ਹੱਕ 'ਚ ਕਰਦੇ ਨੇ, ਉਹਨਾਂ ਵਿੱਚੋਂ ਕੋਈ ਮੈਂਬਰ ਨਹੀਂ ਹੋਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਸੀ, ਸੁਪਰੀਮ ਕੋਰਟ ਨੇ ਵੀ ਕਿਹਾ। ਤੇ ਇਹ ਤੋਂ ਬਿਨਾਂ ਜਿਨ੍ਹਾਂ ਨੇ ਕਾਨੂੰਨ ਬਣਵਾਇਆ ਉਹੀ ਸੁਪਰੀਮ ਕੋਰਟ ਨੇ ਬਣਾਤੇ ਮੈਂਬਰ ਉਸ ਕਮੇਟੀ ਦੇ। ਅਸੀਂ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਹੋਣੇ ਚਾਹੀਦੇ। ਇੱਕ ਤਾਂ ਸਾਡੀ ਇਹ ਸ਼ਰਤ ਹੈ। ਦੂਜੀ, ਅਸੀਂ ਚਾਹਾਂਗੇ ਵੀ ਜਿਹੜੇ ਐਕਸਪਰਟਸ ਨੇ ਉਹ ਹੁਣ ਨਿਰਾ ਇਹ ਨਹੀਂ ਵੀ ਸਾਨੂੰ ਕੋਈ ਚਾਹ ਹੈ ਵੀ ਅਸੀਂ ਸਿੱਧੇ ਬਣੀਏ ਉਹਦੇ ਕਮੇਟੀ ਦੇ ਮੈਂਬਰ। ਕੁਛ ਅਸੀਂ ਵੀ ਆਪਣੇ ਜਿਹੜੇ ਮੈਂਬਰ ਭੇਜਾਂਗੇ ਉਹਦੇ ਵਿੱਚੋਂ ਕੁਝ ਸਾਡੇ ਵਿੱਚੋਂ ਹੋਣਗੇ, ਕੁਝ ਅਸੀਂ ਐਕਸਪਰਟਸ ਲਿਆਵਾਂਗੇ ਜਿਹੜੇ ਸਾਨੂੰ ਠੀਕ ਲੱਗਦੇ ਆ, ਇਕਨੋਮਿਸਟ ਵੀ ਲਿਆਵਾਂਗੇ 1-2 ਜਿਹੜੇ ਸਾਨੂੰ ਠੀਕ ਲੱਗਦੇ ਆ, ਜਿਹੜੇ ਠੀਕ ਕਿਸਾਨਾਂ ਦਾ ਕੇਸ ਲੜਨ, ਕਿਤੇ ਗਲਤ ਨਾ ਕੁਝ ਹੋ ਜਾਏ। ਇਵੇਂ ਜਿਵੇਂ ਸਰਕਾਰ ਆਪਣੇ ਜਿਹੜੇ ਨੁਮਾਇੰਦੇ ਨੇ ਉਹ ਵਿੱਚ ਪਾਵੇ। ਤਾਂ ਉਹਨੇ ਅੱਜ ਕਿਹਾ ਵੀ ਅਸੀਂ ਇਸ ਤਰ੍ਹਾਂ ਦੀ ਕਮੇਟੀ ਬਣਾਵਾਂਗੇ। ਹਾਲੇ ਕਈ ਚੀਜ਼ਾਂ ਸਾਫ਼ ਹੋਣੀਆਂ ਬਾਕੀ ਨੇ। ਜਿਵੇਂ ਮਤਲਬ ਤੁਹਾਨੂੰ ਕੀ ਲੱਗਦਾਗਾ, ਹੁਣ ਇੱਕ ਤਾਂ ਇਹ ਭਰੋਸਾ ਹੈਗਾ ਇੱਕ ਪਾਰਲੀਮੈਂਟ 'ਚ ਆਜੂ, ਤੁਹਾਨੂੰ ਕੀ ਲੱਗਦਾ ਜੇ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਜਦੋਂ ਅੱਗੇ ਕਮੇਟੀ ਬਣੇਗੀ, ਮਤਲਬ
ਕੰਨ ਕਹਿੰਦੇ ਨਾ ਇੱਧਰ ਦੀ ਫੜਨ ਦੀ ਥਾਂ ਕੰਨ ਉਲਟੇ ਪਾਸਿਓਂ ਫੜ ਲਓ। ਅਸੀਂ ਇਹ ਪਹਿਲਾਂ ਹੀ ਬੜੀ ਸਪਸ਼ਟ ਗੱਲ ਕਰ ਚੁੱਕੇ ਹਾਂ ਬਈ ਜਿਹੜੇ ਇਹ ਕਾਨੂੰਨ ਨੇ ਹੁਣ ਜਿਸ ਤਰ੍ਹਾਂ ਉਹਨਾਂ ਨੇ ਅਨਾਉਂਸ ਕਰਤਾ, ਅਸੀਂ ਨਹੀਂ ਉਨੀ ਦੇਰ ਇੱਥੋਂ ਜਾਣ ਵਾਲੇ ਜਦੋਂ ਤੱਕ ਇਹ ਬਾਕਾਇਦਾ ਰਿਪੀਲ ਨਹੀਂ ਹੁੰਦੇ ਜਾਂ ਤਾਂ ਪਾਰਲੀਮੈਂਟ ਦੇ ਵਿੱਚੋਂ ਜਾਂ ਆਰਡੀਨੈਂਸ ਕਰਕੇ ਸਾਡੇ ਹੱਥ 'ਚ ਨਹੀਂ ਫੜਾ ਦਿੰਦੇ। ਇਦਾਂ ਕੱਚੀ ਪਿੱਲੀ ਗੱਲ ਨਹੀਂ। ਸਾਨੂੰ ਬੜੀ ਅੱਛੀ ਤਰ੍ਹਾਂ ਯਾਦ ਹੈ ਰਾਜੀਵ ਲੌਂਗੋਵਾਲ ਸਮਝੌਤੇ ਦਾ ਜੋ ਹਾਲ ਹੋਇਆ, ਉਹ ਵੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ। ਉਹ ਤੋਂ ਬਾਅਦ ਉਹ ਲਾਗੂ ਕਿਤੇ ਵੀ ਨਹੀਂ ਕੀਤਾ। ਅਸੀਂ ਕਿਹਾ ਵੀ ਨਹੀਂ, ਅਸੀਂ ਤਾਂ ਨਾ ਇਹਨੂੰ ਲਾਗੂ ਕਰਵਾ ਕੇ ਫੇਰ ਇੱਥੋਂ ਉੱਠ ਕੇ ਜਾਵਾਂਗੇ। ਤੁਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾਓ, ਉਹਦੇ ਵਿੱਚ ਇਹਨੂੰ ਪਾਸ ਕਰੋ ਤੇ ਫਿਰ ਅਸੀਂ ਉੱਠ ਕੇ ਚਲੇ ਜਾਾਂਗੇ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਇਹ ਕਰ ਦਿੱਤਾ, ਵੈਲਕਮ ਕਰਦੇ ਆ। ਪ੍ਰਧਾਨ ਮੰਤਰੀ ਨੇ ਕੀਤਾ, ਗਾਲਾਂ ਗੂਲਾਂ ਜਿਹੜੀਆਂ ਸਾਨੂੰ ਕੱਢ ਲਈਆਂ ਉਹਦੀ ਉਹਨੇ ਮਾਫੀ ਵੀ ਮੰਗ ਲਈ। ਹੁਣ ਡੈਮੋਕ੍ਰੇਸੀ 'ਚ ਇਦੋਂ ਬਾਅਦ ਹੁਣ ਤੁਸੀਂ ਹੋਰ ਕੀ ਕਰ ਸਕਦੇ ਹੋ? ਕਿਸੇ ਨੂੰ ਡਾਂਗ ਫੜ ਕੇ ਕੁੱਟਣਾ ਤਾਂ ਹੁੰਦਾ ਨਹੀਂ। ਅਸੀਂ ਲੌਜਿਕ ਨਾਲ ਆਪਣੀਆਂ ਗੱਲਾਂ ਮਨਾ ਲਈਆਂ। ਨਹੀਂ, ਰੀਪੀਲ ਮੰਨ ਲਓ ਹੁਣ ਹੋ ਜਾਣਗੇ, ਉਸ ਤੋਂ ਬਾਅਦ ਜਦੋਂ ਚੀਜ਼ਾਂ ਬਣਾਉਣੀਆਂ ਨੇ, ਕਮੇਟੀ ਬਣਨੀ ਹੈ ਜਿਹੜੀ ਤੁਸੀਂ ਕਹਿ ਰਹੇ ਹੋਗੇ, ਜਿਵੇਂ ਕੋਈ ਚੀਜ਼ ਲਾਗੂ ਕਰਨੀ ਆ, ਮੰਨ ਲਓ ਆਪਾਂ ਨੂੰ ਪਤਾ ਵਰਲਡ ਬੈਂਕ ਦਾ ਮਾਡਲ ਕੀ ਹੈ, ਤੁਸੀਂ ਵੀ ਚੰਗੀ ਤਰ੍ਹਾਂ ਉਹਨੂੰ ਪੜ੍ਹਦੇ ਹੋ, ਸਮਝਦੇ ਹੋ, ਮੈਂ ਵੀ ਉਹਨੂੰ ਪੜ੍ਹਿਆ ਹੋਇਆ ਹੈਗਾ ਕਿ ਵਰਲਡ ਬੈਂਕ ਪੂਰੀ ਦੁਨੀਆ 'ਚ ਕੀ ਕਰਦਾ ਹੈਗਾ, ਹੈ ਨਾ। IMF ਪੂਰੀ ਦੁਨੀਆ 'ਚ ਕੀ ਕਰਦੀ ਹੈਗੀ, ਔਰ ਇਹ ਜਿਹੜੀਆਂ ਨਿਊ ਇਕਨੋਮਿਕ ਪਾਲਿਸੀਜ਼ ਨੇ ਪੂਰੀ ਦੁਨੀਆ ਨੂੰ ਕਿਵੇਂ, ਇਹਦੇ 'ਚ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਆਪਣੇ ਮਤਲਬ ਪੂਰਾ ਇੱਕ ਇਕਨੋਮਿਕ ਵਰਲਡ ਆਰਡਰ ਇੱਕ ਕਿਵੇਂ ਹੋਵੇ। ਤੁਹਾਨੂੰ ਲੱਗਦਾ ਕਿਤੇ ਮੈਂ ਜਿਹੜਾ ਕਹਿੰਦਾ ਕਿ ਕੰਨ ਇੱਧਰ ਦੀ ਫੜਨ ਦੀ ਥਾਂ ਹੋਰ ਤਰ੍ਹਾਂ ਵੀ ਹੁਣ ਕਾਨੂੰਨਾਂ ਦਾ ਨਾਂ ਨਾ ਦੇਣ, ਹੁਣ ਕੋਈ ਇਹੋ ਜਿਹੀ ਚੀਜ਼ ਕਰ ਦੇਣ ਜਿਹਦਾ ਆਪਾਂ ਨੂੰ ਪਤਾ, ਮਤਲਬ ਕੋਸ਼ਿਸ਼ ਕਰਨ ਵੀ ਹਾਂ ਲੈ ਵੀ ਆਓ ਚੀਜ਼ਾਂ ਤੇ ਪਤਾ ਵੀ ਨਾ ਲੱਗੇ। ਨਹੀਂ, ਅਸੀਂ ਚੌਕਸ ਹਾਂ। ਇੱਕ ਗੱਲ ਸਮਝੋ, ਇਸ ਅੰਦੋਲਨ ਨੇ ਬਹੁਤ ਕੁਝ ਦਿੱਤਾ ਹੈ। ਇਹ ਅੰਦੋਲਨ ਕਾਰਪੋਰੇਟ ਐਗਰੀਕਲਚਰ ਕਾਰਪੋਰੇਟਾਈਜੇਸ਼ਨ, ਉਹਦੇ ਸਮੁੱਚੇ ਕਾਰਪੋਰੇਟਾਈਜੇਸ਼ਨ ਦੇ ਵਿਰੁੱਧ ਲੜਿਆ। ਦੁਨੀਆ ਦੇ ਕਾਰਪੋਰੇਟਸ ਨੂੰ ਫਿਕਰ ਪਿਆ ਤੇ ਅੱਜ ਸਾਰੀ ਦੁਨੀਆ ਵਿੱਚ ਇਹ ਇੱਕ ਨਵੀਂ ਸੋਚ ਇਸ ਅੰਦੋਲਨ ਨੇ ਪੈਦਾ ਕੀਤੀ ਹੈ ਵੀ ਕਾਰਪੋਰੇਟ ਹਰ ਪਾਸੇ ਪੈਟਰਨ ਜਿਹੜਾ ਇਸ ਦੇਸ਼ ਦਾ ਹੈਗਾ ਉਹਦੇ ਵਿੱਚ ਵੀ ਪਾਲਿਸੀਜ਼ ਬਣਾਈਆਂ ਜਾ ਸਕਦੀਆਂ ਨੇ ਤੇ ਲੋਕਾਂ ਦੀ ਇਨਵੋਲਵਮੈਂਟ ਨਾਲ ਵੀ ਦੇਸ਼ ਤਰੱਕੀ ਕਰ ਸਕਦਾ। ਸਿੱਧੀ ਇਨਵੋਲਵਮੈਂਟ ਲੋਕਾਂ ਦੀ ਹੋਵੇ, ਇਹ ਨਹੀਂ ਜ਼ਰੂਰੀ ਵੀ ਕਾਰਪੋਰੇਟਸ ਆ ਕੇ ਇਨਵੈਸਟਮੈਂਟ ਕਰਨਗੇ। ਉਹ ਤਾਂ ਲੁੱਟ ਕੇ ਲੋਕਾਂ ਨੂੰ ਪੈਸਾ ਇਕੱਠਾ ਕਰ ਲਿਆ, ਕਾਰਪੋਰੇਟ ਬਣ ਗਏ। ਤੇ ਜੇ ਲੋਕਾਂ ਦਾ ਪੈਸਾ ਲੋਕਾਂ ਦੇ ਕੋਲੇ ਰਹਿਣ ਦਿੱਤਾ ਜਾਏ ਔਰ ਉਹਨਾਂ ਨੂੰ ਮੌਕੇ ਦਿੱਤੇ ਜਾਣ ਵੀ ਉਹੀ ਦੇਸ਼ ਦੇ ਵਿੱਚ ਡਿਵੈਲਪਮੈਂਟ ਕਰਨ, ਇੰਡਸਟਰੀਅਲ ਡਿਵੈਲਪਮੈਂਟ ਕਰਨ, ਐਜੂਕੇਸ਼ਨ 'ਚ ਕਰਨ, ਹੈਲਥ 'ਚ ਕਰਨ, ਸਾਰੇ ਫੀਲਡਸ ਦੇ ਵਿੱਚ ਉਹੀ ਕਰਨ, ਤਾਂ ਸਭ ਕੁਝ ਹੋ ਸਕਦਾ ਹੈ। ਔਰ ਉਹ ਸਗੋਂ ਲੋਕਾਂ ਨੂੰ ਆਪਣੀ ਲੱਗੂਗੀ। ਜਿਹੜੀ ਇਹ ਹੈ ਕਿਸੇ ਦੇ ਮਤਹਿਤ ਲੋਕਾਂ ਨੇ ਕੰਮ ਕਰਨਾ, ਫਿਰ ਉਹ ਉਪਜੀਵਕਾ ਕਮਾਉਣ ਤੱਕ ਸੀਮਤ ਹੋ ਜਾਂਦੇ ਨੇ, ਉਹਨਾਂ ਨੂੰ ਆਪਣੀ ਨਹੀਂ, ਆਪਣਾ ਨਹੀਂ। ਕਿਸੇ ਵੀ ਸ਼ੇਪ 'ਚ ਕੋਈ ਚੀਜ਼ ਦੁਬਾਰਾ ਹੋਣ ਲੱਗੂਗੀ ਤਾਂ ਤੁਸੀਂ ਤਿਆਰ ਹੋ? ਜੇ ਕਿਸੇ ਵੀ ਸ਼ੇਪ 'ਚ ਮੰਨ ਲਓ ਜਿਵੇਂ ਹੁੰਦਾ ਨਾ ਸ਼ੇਪ ਬਦਲ ਕੇ ਵੀ। ਤੁਸੀਂ ਮੈਨੂੰ ਦੱਸੋ, 1 ਸਾਲ ਅਸੀਂ ਅੰਦੋਲਨ ਲੜਿਆ, ਉਹਨਾਂ ਨੇ ਬੜੇ ਸਾਡੇ ਤੇ ਵਾਰ ਕੀਤੇ ਨੇ, ਅਸੀਂ ਸ਼ਾਂਤੀ ਨਾਲ ਸਾਰੇ ਉਹਨਾਂ ਦੇ ਵਾਰ ਕੀਤੇ ਜਿਹੜੇ ਸੀ, ਉਹਨਾਂ ਦਾ ਮੁਕਾਬਲਾ ਕੀਤਾ ਔਰ ਅਲਟੀਮੇਟਲੀ ਅਸੀਂ ਸਫਲ ਹੋਏ। ਤਾਂ ਇਸੇ ਤਰ੍ਹਾਂ ਕੋਈ ਪਰਵਾਹ ਨਹੀਂ, ਜੋ ਕਰਨਗੇ ਅਸੀਂ ਫੇਸ ਕਰਾਂਗੇ। ਉਹਦੇ ਸਮਰੱਥਾਂ ਕਿਸਾਨ ਮੋਰਚੇ ਕੋਲ ਇੰਨੀ ਸ਼ਕਤੀ ਹੈ ਵੀ ਉਹਨਾਂ ਨੂੰ ਹੁਣ ਇਹੋ ਜਿਹੀ ਜਿਹੜੀ ਚੁਸਤੀ ਆ ਉਹ ਨਹੀਂ ਅਸੀਂ ਕਰਨ ਦਿੰਦੇ। ਦੁਬਾਰਾ ਜਿਹੜੀ ਕਮੇਟੀ ਬਣਾਉਣਗੇ ਉਹ 'ਚ ਤੁਸੀਂ ਮੰਗ ਕੀ ਕਰੋਗੇ? ਜਿਵੇਂ ਪਹਿਲਾਂ ਇੱਕ ਕਹਿੰਦੇ ਚਰਚਾ ਹੁੰਦੀ ਸੀ ਕਿ ਕਮੇਟੀ 'ਚ ਕਿਸਾਨ ਵੀ ਉਨੇ ਹੀ ਹੋਣ ਜਾਂ ਜ਼ਿਆਦਾ ਹੋਣ, ਜਾਂ ਉਹਦਾ ਮੁਖੀ ਇੱਕ ਉਸ ਤਰ੍ਹਾਂ ਦਾ ਬੰਦਾ ਹੋਵੇ ਜਿਹੜਾ ਪ੍ਰੋ ਫਾਰਮਰ ਹੋਵੇ। ਨਹੀਂ, ਉਹ ਅਸੀਂ ਪਹਿਲਾਂ ਕਿਹਾ ਵੀ ਜਿਹੜਾ ਮੁਖੀ ਹੈ ਉਹਦੇ ਕੋਲ VOTING ਰਾਈਟ ਨਹੀਂ ਹੋਣਗੇ, ਬਰਾਬਰ ਹੋਏਗੀ ਦੋਨੋਂ ਪਾਸਿਓਂ, ਸਰਕਾਰ ਵੱਲੋਂ ਤੇ ਸਾਡੇ ਪਾਸਿਓਂ। ਦੋਨੋਂ ਪਾਸਿਓਂ ਮੈਂਬਰਸ਼ਿਪ ਜਿਹੜੀ ਹੈ, ਜਿੰਨੇ ਮੈਂਬਰ ਉਹਨਾਂ ਦੇ ਹੋਣਗੇ ਉਨੇ ਸਾਡੇ ਹੋਣਗੇ। ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਵੀ ਉਹਨਾਂ ਦੇ ਵੱਧ ਨਾ, ਇਦਾਂ ਦੀ ਕੋਈ ਗੱਲ ਨਹੀਂ। ਯਾਨੀ ਜੇ 5 ਤੁਹਾਡੇ ਹੋਣਗੇ 5 ਉਹਨਾਂ ਦੇ ਹੋਣਗੇ, ਸਾਡੇ 7 ਹੋਣਗੇ, ਉਹਨਾਂ ਦੇ 7 ਉਹਨਾਂ ਦੇ ਹੋਣਗੇ। ਉਹ ਇਸ ਤਰ੍ਹਾਂ ਦੀ ਕੋਈ ਇੰਬੈਲੈਂਸ ਅਸੀਂ ਟੋਲਰੇਟ ਨਹੀਂ ਕਰਾਂਗੇ। ਰਾਜਲ ਸਾਹਿਬ, ਇੱਕ ਗੱਲ ਚੱਲ ਰਹੀ ਹੈ ਕਿ ਪੂਰੇ ਪੰਜਾਬ ਦੇ ਅੰਦਰ ਜਦੋਂ ਇਹ ਮੋਰਚੇ ਦੀ ਜਿੱਤ ਹੋਈ ਤਾਂ ਤੁਹਾਨੂੰ ਇੱਕ ਪੂਰੇ ਮੋਰਚੇ ਨੂੰ ਬਦਲਦੇ ਰੂਪ 'ਚ ਪੰਜਾਬ 'ਚ ਦੇਖਦੇ ਆ ਲੋਕਾਂ ਨੂੰ ਲੱਗਦਾ ਕਿ ਇਹ ਇੱਕ ਪੈਰਲਲ ਗਵਰਨਮੈਂਟ ਨੇ। ਐ 1 ਸਾਲ ਦਾ ਅਹਿਸਾਸ ਹੋਇਆ ਕਿ ਤੁਸੀਂ ਇੱਕ ਪੈਰਲਲ ਗਵਰਨਮੈਂਟ ਹੋ। ਲੋਕਾਂ ਨੂੰ ਲੱਗਿਆ ਤੁਸੀਂ ਹਰ ਮਸਲੇ ਤੇ ਜਿੱਥੇ ਖੜ ਜਾਂਦੇ ਹੋਗੇ ਸਰਕਾਰ ਮੰਨਦੀ ਹੈ। ਕੀ ਕੋਈ ਪ੍ਰੈਸ਼ਰ ਗਰੁੱਪ ਦੇ ਰੂਪ 'ਚ, ਕੀ ਕੋਈ ਬਦਲ ਦੇ ਰੂਪ 'ਚ ਤੁਸੀਂ ਤਿਆਰ ਹੋ ਪੰਜਾਬ ਦੇ ਅੰਦਰ ਸਾਰੇ ਇਕੱਠੇ ਰਹਿਣ ਨੂੰ ਕਿ ਹਾਂ ਪੰਜਾਬ ਦੇ ਮਸਲੇ ਨੂੰ ਅਸੀਂ ਐਡਰੈਸ ਕਰਾਂਗੇ? ਨਹੀਂ, ਅਸੀਂ ਇਕੱਠੇ ਹਾਂ, ਇਕੱਠੇ ਰਹਾਂਗੇ, ਐਸੀ ਕੋਈ ਗੱਲ ਨਹੀਂ। ਪਰ ਇੱਕ ਗੱਲ ਸਮਝੋ ਵੀ ਸਾਨੂੰ ਜਿਹੜੇ ਸਰਕਾਰਾਂ ਸਾਡੀ ਗੱਲ ਮੰਨਦੀਆਂ ਸੀ ਉਹ ਇਸ ਕਰਕੇ ਸੀ, ਲੋਕਾਂ ਦਾ ਪ੍ਰੈਸ਼ਰ ਸੀ। ਲੋਕੀ ਪੋਲੀਟੀਕਲ ਪਾਰਟੀਆਂ ਨਾਲੋਂ, ਲੋਕਾਂ ਨਾਲੋਂ ਵੱਖ ਹੋ ਕੇ ਮੋਰਚੇ ਨਾਲ ਜੁੜ ਕੇ ਸੋਚਣ ਲੱਗ ਪਏ ਸੀ। ਉਹ ਲੋਕਾਂ ਨੂੰ ਇਹ ਲੱਗਣ ਲੱਗਿਆ ਸੀ ਵੀ ਮੋਰਚਾ ਸਾਨੂੰ ਠੀਕ ਰਸਤਾ ਦਿਖਾ ਰਿਹਾ ਹੈ। ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਪਾਸੇ ਧੱਕਤਾ ਲੋਕਾਂ ਨੇ, ਤੇ ਜੋ ਕੁਝ ਇੱਥੋਂ ਅਸੀਂ ਕਹਿੰਦੇ ਸੀ ਉਹ ਉੱਥੇ ਇੰਪਲੀਮੈਂਟ ਕਰਦੇ ਹੁੰਦੇ ਸੀ ਲੋਕ।
ਅਸੀਂ ਆਪ ਨਹੀਂ ਸੀ ਉੱਥੇ ਜਾਂਦੇ, ਲੋਕ ਹੀ ਇੰਪਲੀਮੈਂਟ ਕਰਦੇ ਸੀ। ਔਰ ਇੰਨਾ ਪ੍ਰੈਸ਼ਰ ਹੁੰਦਾ ਸੀ ਸਰਕਾਰਾਂ ਦੀ, ਬਿਲਕੁਲ ਪਰਵਾਹ ਨਹੀਂ ਸੀ ਕਰਦੇ, ਪੋਲੀਟੀਕਲ ਪਾਰਟੀਆਂ ਦੀ ਪਰਵਾਹ ਨਹੀਂ ਸੀ ਕਰਦੇ। ਔਰ ਉਹਨਾਂ ਨੂੰ ਅੰਡਰ ਪ੍ਰੈਸ਼ਰ ਲੋਕਾਂ ਦੀ ਗੱਲ, ਲੋਕਾਂ ਦਾ ਦਬਾਅ ਇੰਨਾ ਸੀ, ਸੁਣਨੀ ਪੈਂਦੀ ਸੀ। ਇਸ ਕਰਕੇ ਤੁਸੀਂ ਉਹਨੂੰ ਕਹਿ ਲਓ ਵੀ ਮੋਰਚੇ ਦੀ ਹਰ ਗੱਲ ਕਹੀ ਲਾਗੂ ਹੁੰਦੀ ਸੀ। ਅਸਲੀਅਤ ਇਹ ਹੈ ਵੀ ਲੋਕਾਂ ਦੇ ਪ੍ਰੈਸ਼ਰ ਕਰਕੇ ਲਾਗੂ ਹੁੰਦੀ ਸੀ। ਜੇ ਮੈਂ ਸਿੱਧੇ ਤੌਰ ਤੇ ਪੁੱਛਾਂ, ਕੀ ਤੁਸੀਂ ਪੰਜਾਬ ਦੀ ਅਗਵਾਈ ਕਰਨ ਨੂੰ ਤਿਆਰ ਹੋ? ਨਹੀਂ, ਮੈਂ ਕੁਝ ਨਹੀਂ ਅੱਜ ਕਹਿ ਸਕਦਾ। ਹਾਲੇ ਮੋਰਚਾ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਜਿੱਤ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਸੋਚ ਵੀ ਨਹੀਂ ਸਕਦੇ, ਕਿਉਂਕਿ ਅਸੀਂ ਇੱਕ ਪਾਬੰਦੀ ਲਾਈ ਹੈ ਸਾਰਿਆਂ ਦੇ ਉੱਤੇ ਵੀ ਮੋਰਚਾ ਸਾਡਾ ਟੌਪ ਪ੍ਰਾਇਰਟੀ ਹੈ, ਮੋਰਚਾ ਜਿੱਤਣਾ ਜ਼ਰੂਰੀ ਹੈ। ਉਹ ਤੋਂ ਬਾਅਦ ਜੇ ਕੋਈ ਗੱਲ ਹੈ ਪੋਲੀਟੀਕਲ ਗੱਲ, ਉਹ ਬੈਠ ਕੇ ਸੋਚ ਲਵਾਂਗੇ ਕੀ ਕਰਨਾ, ਸਾਰੇ ਰਲ ਕੇ ਫੈਸਲਾ ਕਰਾਂਗੇ। ਮੋਰਚਾ ਤਾਂ ਜਿੱਤੀ ਚੁੱਕਿਆ ਹੁਣ ਇੱਕ ਤਰ੍ਹਾਂ ਤਾਂ। ਨਹੀਂ, ਹਾਲੇ ਜਦੋਂ ਤੱਕ ਪਾਰਲੀਮੈਂਟ 'ਚ ਪਾਸ ਨਹੀਂ ਕਰਦੇ, ਮੈਂ ਠੀਕ ਹੈ ਇਖਲਾਕੀ ਤੌਰ ਤੇ ਤਾਂ ਅਸੀਂ ਬਹੁਤ ਦੇਰ ਪਹਿਲਾਂ ਜਿੱਤ ਚੁੱਕੇ ਹਾਂ, ਪਰ ਜਦੋਂ ਤੱਕ ਪਾਰਲੀਮੈਂਟ 'ਚ ਪਾਸ ਨਹੀਂ ਕਰਦੇ ਉਦੋਂ ਤੱਕ ਮੈਂ ਇਹਨੂੰ ਹਾਲੇ ਪੂਰੀ ਜਿੱਤ ਨਹੀਂ ਮੰਨਦਾ। ਚਰਚਾਵਾਂ ਤੁਹਾਡੇ ਬਾਰੇ ਸ਼ੁਰੂ ਤੋਂ ਰਹੀਆਂ ਨੇ, ਮੈਂ ਤਾਂ ਪੁੱਛ ਰਿਹਾ ਹਾਂਗਾ। ਬਹੁਤ ਸਾਰੇ ਤੁਸੀਂ ਕਿਹਾ ਮੇਰੇ ਵਿਰੋਧੀ ਜਾਣ ਕੇ ਫਵਾਹਾਂ ਫੈਲਾਉਂਦੇ ਨੇ, ਕਦੇ ਆਮ ਆਦਮੀ ਪਾਰਟੀ ਦੀ ਚਰਚਾ ਛੇੜਤੀ, ਕਦੇ ਕੈਪਟਨਾਂ ਨਜ਼ਦੀਕੀਆਂ ਦੀ ਚਰਚਾ ਛੇੜ ਦਿੰਦੇ ਸੀ, ਅਕਾਲੀਆਂ ਨੇ ਡਾਇਰੈਕਟ ਵੀ ਕਿਹਾ ਤੁਹਾਨੂੰ। ਮੈਨੂੰ ਦੱਸਿਓ, ਤੁਸੀਂ ਮੈਨੂੰ ਬਹੁਤ ਦੇਰ ਤੋਂ ਜਾਣਦੇ ਹੋ, ਤੁਸੀਂ ਮੈਨੂੰ ਦੇਖਿਆ, ਮੈਂ ਕਦੇ ਕਿਸੇ ਪੋਲੀਟੀਸ਼ੀਅਨ ਨਾਲ ਅੱਜ ਤਾਈਂ ਵਿਗਾੜੀ ਨਹੀਂ। ਹੁਣ ਵਾਲਾ ਚੀਫ ਮਿਨਿਸਟਰ ਵੀ ਮੇਰਾ ਉਨਾ ਹੀ ਰਿਗਾਰਡ ਕਰਦਾ ਹੈ, ਕੈਪਟਨ ਵੀ ਰਿਗਾਰਡ ਉਨਾ ਹੀ ਕਰਦਾ ਹੈ, ਬਾਦਲ ਸਾਹਿਬ ਵੀ ਮੇਰਾ ਇੰਨਾ ਹੀ ਰਿਗਾਰਡ ਕਰਦੇ ਸੀ। ਤੇ ਇਹ ਫਿਰ ਜੇ ਮੈਂ ਉਹਨਾਂ ਨਾਲ ਪਿਆਰ ਕਰਦਾ ਰਿਹਾ, ਪਿਆਰ ਨਾਲ ਪੇਸ਼ ਆਉਂਦਾ ਰਿਹਾ, ਪਰ ਮੈਂ ਆਪਣੀ ਗੱਲ ਦਾ ਹਮੇਸ਼ਾ ਪੱਕਾ ਰਿਹਾ, ਆਪਣੀ ਧੁਨ ਤੋਂ ਬਾਹਰ ਕਦੀ ਨਹੀਂ ਗਿਆ। ਚਾਹੇ ਕੋਈ ਕਿੱਡੇ ਵੱਡੇ ਤੋਂ ਵੱਡਾ ਪੋਲੀਟੀਸ਼ੀਅਨ ਵੀ ਮੈਨੂੰ ਮਿਲ ਗਿਆ, ਉਹ ਠੀਕ ਹੈ ਮੇਰੇ ਨਾਲ ਗੱਲ ਕਰਨੀ ਪਸੰਦ ਕਰਦਾ ਰਿਹਾ ਤੇ ਸੁਣਦਾ ਵੀ ਰਿਹਾ, ਪਰ ਮੇਰੇ ਤੇ ਕੋਈ ਕਿਸੇ ਦਾ ਅਸਰ ਨਹੀਂ ਹੋਇਆ। ਜੇ ਮੈਂ ਕਹਾਂ ਵੀ ਮੇਰੇ ਤੇ ਕੋਈ ਛਾਪ ਛੱਡ ਗਿਆ, ਮੈਂ ਇੱਕੋ ਜਿਹੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਐਜ਼ ਏ ਮੈਨ ਰਿਸਪੈਕਟ ਕਰਨਾ ਆਪਣਾ ਧਰਮ ਸਮਝਦਾ ਰਿਹਾ, ਤੇ ਜੇ ਤੁਸੀਂ ਰਿਸਪੈਕਟ ਕਰੋਗੇ ਤਾਂ ਤੁਹਾਨੂੰ ਵੀ ਰਿਸਪੈਕਟ ਦੇਣਗੇ। ਪੰਜਾਬ ਨੂੰ ਲੋੜ ਹੈ ਇਸ ਗੱਲ ਦੀ, ਤੁਸੀਂ ਕੀ ਮੰਨਦੇ ਹੋ? ਪੰਜਾਬ ਇਸ ਟਾਈਮ ਕੀ ਪੰਜਾਬ ਨੂੰ ਚਾਹੀਦਾ? ਬਿਲਕੁਲ ਦਰੁਸਤ, ਮੈਂ ਬੜੀ ਵਾਰੀ ਕਹਿ ਚੁੱਕਾ, ਪੰਜਾਬ ਵਿੱਚ ਜਿਸ ਤਰ੍ਹਾਂ ਦਾ ਸਿਸਟਮ, ਪੰਜਾਬ 'ਚ ਨਹੀਂ ਸਾਰੇ ਦੇਸ਼ 'ਚ ਹੀ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਸ਼ੁਰੂ ਹੋ ਗਿਆ, ਇਹ ਜਿਹੜੇ ਦੇਸ਼ ਦੇ ਆਜ਼ਾਦੀ ਘੁਲਾਟੀਏ ਸੀ, ਮੈਨੂੰ ਲੱਗਦਾ ਉਹਨਾਂ ਦੀ ਆਤਮਾ ਰੋਂਦੀ ਹੋਏਗੀ। ਮੈਨੂੰ ਕੱਲ ਇੱਕ ਰਿਟਾਇਰਡ ਜੱਜ ਨੇ ਇੱਕ ਕਿਤਾਬ ਦਿੱਤੀ, ਉਹ ਕਿਤੇ ਕਿਸੇ ਵੇਲੇ ਕਾਲੇ ਪਾਣੀ 'ਚ ਉਹਨੇ ਆਪਣੀ ਪੋਸਟਿੰਗ ਜਾਣਬੁੱਝ ਕੇ ਕਰਾਈ ਸੀ। ਉਹ ਸਟੱਡੀ ਕਰਕੇ ਉਹਨੇ ਦੱਸਿਆ, ਉਹ ਕਿਤਾਬ 'ਚ ਲਿਖਿਆ ਬੜਾ ਕੁਝ ਵੀ ਉਹਨਾਂ ਜਿਹੜੇ ਲੋਕ ਆਜ਼ਾਦੀ ਦੀ ਲੜਾਈ 'ਚ ਕਾਲੇ ਪਾਣੀ ਦੀ ਸਜ਼ਾ ਹੋਈ, ਜਿਹੜਾ ਫਾਂਸੀ ਚੜ੍ਹ ਗਿਆ ਉਹਨੇ ਆਪਣੀ ਕੁਰਬਾਨੀ ਦੇ ਦਿੱਤੀ, ਪਰ ਫਾਂਸੀ ਤੋਂ ਬਾਅਦ ਉਹਦੀ ਮੌਤ ਹੋ ਗਈ, ਉੱਥੇ ਤਸ਼ੱਦਦ ਖਤਮ ਹੋ ਗਿਆ। ਜਿਹੜੇ ਕਾਲੇ ਪਾਣੀ ਗਏ ਉਹ ਜਿੰਨੀ ਦੇਰ ਜਿਉਂਦੇ ਰਹੇ ਉਹਨਾਂ ਨੇ ਅੱਤ ਦਰਜੇ ਦਾ ਤਸ਼ੱਦਦ ਝੱਲਿਆ, ਉਹਨਾਂ ਨੂੰ ਕੋਹਲੂ ਚਲਾਉਣਾ ਪੈਂਦਾ ਸੀ, ਜੇ ਕਿਤੇ ਪਸੀਨਾ ਡਿੱਗੇ ਧਰਤੀ ਤੇ ਡਿੱਗ ਪਿਆ ਤਾਂ ਕੋੜੇ ਪੈਂਦੇ ਸੀ। ਪਸੀਨਾ ਡਿੱਗਣਾ, ਜਿਹੜਾ ਉਹਦਾ ਬਰਤਨ ਜਿਹਦੇ ਵਿੱਚੋਂ ਖਾਂਦਾ ਸੀ ਉਹਦੇ ਵਿੱਚ ਡਿੱਗੇ ਤਾਂ ਠੀਕ ਹੈ, ਉਹਦੇ ਵਿੱਚੇ ਫਿਰ ਪਾਣੀ ਪੀਵੇ। ਜੇ ਪਿਸ਼ਾਬ ਕਰਨਾ, ਪਿਸ਼ਾਬ ਕਰਨ ਵਾਸਤੇ ਸਵੇਰੇ ਸ਼ਾਮ ਜਾ ਸਕਦਾ ਹੈ, ਦਿਨ ਵਿੱਚ ਪਿਸ਼ਾਬ ਆ ਗਿਆ, ਉਹਨੇ ਆਪਣੇ ਉਸ ਬਾਟੇ ਵਿੱਚ ਪਿਸ਼ਾਬ ਕਰਨਾ, ਤੇ ਉਹ ਬਾਟੇ ਦਾ ਪਿਸ਼ਾਬ ਡੋਲਣਾ ਨਹੀਂ, ਉਹਨੂੰ ਪੀਣਾ ਪੈਂਦਾ ਸੀ। ਇਹੋ ਜਿਹੇ ਅਣਮਨੁੱਖੀ ਤਸੀਹੇ ਚੱਲਣ ਵਾਲੇ ਲੋਕਾਂ ਦੀ ਅੱਜ ਕਿਤੇ ਦਾਸਤਾਂ ਹੀ ਨਹੀਂ। ਅਸੀਂ ਹਾਲ ਤੱਕ ਸਰ ਭਗਤ ਸਿੰਘ ਨੂੰ ਕੌਮੀ ਪੱਧਰ ਤੇ ਸ਼ਹੀਦ ਹੀ ਨਹੀਂ ਮੰਨਿਆ। ਤੋ ਉਹ ਜਿਹੜੇ ਲੋਕ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਜਿਹੜੇ ਨਿਸ਼ਕਾਮ ਸੇਵਾ ਵਜੋਂ ਬੜੇ ਬੜੇ ਤਸੀਹੇ ਚੱਲਦੇ ਚਲੇ ਗਏ, ਉਹਨਾਂ ਦੀ ਆਤਮਾ ਅੱਜ ਕੁਰਲਾਉਂਦੀ ਹੋਊ, ਕਿਉਂਕਿ ਰਾਜਨੀਤੀ ਵਪਾਰ ਬਣਾਤਾ ਅੱਜ ਪੋਲੀਟੀਸ਼ੀਅਨ ਨੇ। ਸੇਵਾ ਨਹੀਂ ਰਹੀ, ਉਹ ਸੇਵਾ ਲਈ ਆਏ ਸੀ, ਉਹ ਆਸ ਕਰਦੇ ਸੀ ਕੁਝ ਹੋਏਗਾ। ਤੁਸੀਂ ਮੈਨੂੰ ਇੱਕ ਹੋਰ ਦੱਸੋ ਯਾਦਵਿੰਦਰ ਜੀ, ਜਿਹੜੇ ਡਿਵੈਲਪ ਕੰਟਰੀਜ਼ ਨੇ ਤੇ ਸਾਡਾ ਫਰਕ ਕੀ ਹੈ? ਤੁਸੀਂ ਧਿਆਨ ਨਾਲ ਦੇਖੋ, ਨੇਚਰ ਨੇ ਸਾਨੂੰ ਸਭ ਤੋਂ ਵੱਧ ਦਿੱਤਾ, ਉਹਨਾਂ ਨੂੰ ਨੇਚਰ ਨੇ ਇੰਨੇ ਰਿਸੋਰਸਿਸ ਨਹੀਂ ਦਿੱਤੇ, ਪਰ ਉਹਨਾਂ ਨੂੰ ਲੀਡਰਸ਼ਿਪ ਅੱਛੀ ਦਿੱਤੀ, ਉਹ ਤਾਂ ਬਣ ਕੇ ਡਿਵੈਲਪ ਕੰਟਰੀਜ਼। ਤੇ ਅਸੀਂ ਜਿਹਦੇ ਕੋਲ ਸਭ ਤੋਂ ਵੱਧ ਰਿਸੋਰਸਿਸ ਕੁਦਰਤ ਨੇ ਦਿੱਤੇ ਨੇ, ਤੇ ਅਸੀਂ ਭੁੱਖਮਰੀ ਦੇ ਸਭ ਤੋਂ ਵੱਧ ਸ਼ਿਕਾਰ, ਅਸੀਂ ਗਰੀਬ ਦੇਸ਼। ਇਹ ਫਿਰ ਕਿਹਦੀ ਦੇਣ ਹੈ? ਪੋਲੀਟੀਕਲ ਲੀਡਰਸ਼ਿਪ ਦੀ ਦੇਣ ਹੈ ਨਾ। ਜਿਹੜੇ ਸਰਕਾਰਾਂ ਬਣਾਉਂਦੇ ਸੀ ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ, ਲੋਕਾਂ ਨੂੰ ਐਮਪਲੋਇਮੈਂਟ ਜਨਰੇਟ ਕਰਨ ਦੀ ਬਜਾਏ, ਲੋਕਾਂ ਨੂੰ ਹੈਲਥ ਫੈਸਿਲਿਟੀਜ਼ ਦੇਣ ਦੀ ਬਜਾਏ, ਅੱਛੀ ਐਜੂਕੇਸ਼ਨ ਦੇ ਕੇ ਚੰਗੇ ਮਨੁੱਖ ਬਣਾਉਣ ਦੀ ਬਜਾਏ, ਉਹਨਾਂ ਨੇ ਲੋਕਾਂ ਨੂੰ ਲੁੱਟਣ ਵੱਲ ਧਿਆਨ ਰੱਖਿਆ। ਇਸ ਕਰਕੇ ਮੈਨੂੰ ਤਾਂ ਮਹਿਸੂਸ ਹੁੰਦਾ ਹੈ ਵੀ ਲੋਕਾਂ ਦੇ ਵਿੱਚੋਂ ਚੰਗੇ ਲੋਕਾਂ ਦੀ ਕੋਈ ਕਮੀ ਨਹੀਂ ਹੈ, ਬੜੇ ਲੋਕ ਚੰਗੇ ਬੈਠੇ ਨੇ, ਪਰ ਉਹ ਜਿਹਨੇ ਬੇਈਮਾਨੀ ਨਾਲ ਪੈਸਾ ਨਹੀਂ ਕਮਾਇਆ, ਉਹ ਕਹਿੰਦਾ ਮੈਂ ਆਪਣਾ ਘਰ ਕਿਉਂ ਲਟਾਵਾਂ, 5-5 7-7 ਕਰੋੜ ਰੁਪਈਆ ਖਰਚ ਕੇ ਜੇ ਇਲੈਕਸ਼ਨ ਜਿੱਤਣੀ ਹੈ, ਮੇਰਾ ਤਾਂ ਘਰ ਪੱਟਿਆ ਜਾਊ।
ਜੇ ਲੋਕਾਂ ਨੇ ਸੇਵਾ ਲੈਣੀ ਹੈ ਤਾਂ ਲੋਕਾਂ ਨੂੰ ਵੀ ਆਪਣਾ ਮਨ ਬਦਲਣਾ ਪਊ। ਸ਼ਰਾਬਾਂ ਤੋਂ ਤੋਬਾ ਕਰਨੀ ਪਊ, ਪੈਸੇ ਤੋਂ ਤੋਬਾ ਕਰਨੀ ਪਊ, ਜਿਹੜੀਆਂ ਫੈਸਿਲਿਟੀਜ਼ ਦਿੰਦੇ ਨੇ ਉਹਨੂੰ ਤੋਬਾ ਕਰਨੀ ਪਊ, ਠੀਕ ਬੰਦਾ ਚੁਣਨਾ ਪਊ, ਬਿਨਾਂ ਖਰਚੇ ਤੇ ਚੁਣਨਾ ਪਊ। ਇੱਥੇ ਸਭ ਕੁਝ ਹੈ ਔਰ ਤਬਦੀਲੀ ਹੋ ਸਕਦੀ ਹੈ ਔਰ ਤਬਦੀਲੀ ਦੀ ਲੋੜ ਹੈ। ਨਹੀਂ ਤਾਂ ਇੱਕ ਗੱਲ ਸਮਝ ਲਿਓ, ਮੈਂ ਸਮਝਦਾ ਜਿੱਥੇ ਇਸ ਵੇਲੇ ਜੇ ਮੈਂ ਪੰਜਾਬ ਦੀ ਗੱਲ ਕਰਾਂ, ਜਿੱਥੇ ਪੰਜਾਬ ਆ ਗਿਆ 3 ਲੱਖ ਕਰੋੜ ਕਰਜ਼ਾ ਪਹੁੰਚੇ ਜਿੰਨੀ ਸਟੇਟ ਹੈ, ਕਿੱਥੋਂ ਮੋੜੋਗੇ? ਜੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਤਾਂ ਖਾਈ ਜਾਣਾ ਪੋਲੀਟੀਸ਼ੀਅਨਾਂ ਨੇ, ਉਹਨਾਂ ਦੇ ਘਰਾਂ 'ਚ ਜਾਈ ਜਾਣੇ ਆ, ਤੇ ਜਿਹੜਾ ਇਹ ਪੈਸਾ ਉਹ ਲੋਕਾਂ ਦਾ ਹੈ। ਇਹ ਸਟੇਟ ਦੇ ਨੂੰ ਚਲਾਉਣ ਵਾਸਤੇ ਫਿਰ ਪੈਸਾ ਲਈ ਜਾਓ ਕਰਜ਼ਾ, ਕਿਸ ਹੱਦ ਤੱਕ ਲਓਗੇ? ਫਿਰ ਦੁਬਾਰਾ ਹੀ ਨਿਕਲੇਗਾ। ਤਾਂ ਇਹ ਲੋੜ ਹੈ ਸਮੇਂ ਦੀ ਵੀ ਲੋਕ ਜਿਸ ਤਰ੍ਹਾਂ ਹੁਣ ਇਸ ਮੋਰਚੇ 'ਚ ਉੱਠੇ ਨੇ ਉਸੇ ਤਰ੍ਹਾਂ ਇਹਨੂੰ ਇੱਕ ਟੈਂਪੂ ਬਣਾਈ ਰੱਖਣ। ਜਿਹੜੀ ਟ੍ਰੈਡੀਸ਼ਨਲ ਪੋਲੀਟੀਕਲ ਲੀਡਰਸ਼ਿਪ ਹੈ, ਜਿਹੜੇ ਉਹਨਾਂ 'ਚ ਵੀ ਚੰਗੇ ਬੰਦੇ ਨੇ ਉਹਨਾਂ ਨੂੰ ਵੀ ਲਿਆਉਣ, ਜਿਹੜੇ ਉਹਨਾਂ ਵਿੱਚ ਵਪਾਰੀ ਨੇ ਪੋਲੀਟਿਕਸ ਦੇ ਉਹਨਾਂ ਨੂੰ ਨਕਾਰ ਦੇਣ, ਫਿਰ ਪੰਜਾਬ ਬਚੇਗਾ। ਤੁਹਾਨੂੰ ਲੱਗਦਾ ਨਹੀਂ ਕਿ ਜੇ ਇੰਨਾ ਜ਼ਿਆਦਾ ਕ੍ਰਾਈਸਿਸ, ਇੰਨਾ ਜ਼ਿਆਦਾ ਸੰਕਟ ਹੈ, ਫਿਰ ਕੁਝ ਬਦਲ ਬਣਨਾ ਚਾਹੀਦਾਗਾ? ਉਹ ਬਦਲ ਦੇ ਵਾਹਕ ਤੁਸੀਂ ਵੀ ਹੋਵੋ, ਜਾਂ ਤੁਸੀਂ ਹੋਵੋ ਜਾਂ ਉਹ ਲੋਕ ਹੋਣ ਜਿਨ੍ਹਾਂ ਨੂੰ ਤੁਸੀਂ ਸਪੋਰਟ ਕਰੋ? ਕੋਈ ਵੀ ਹੋ ਸਕਦਾ ਹੈ ਬਦਲ, ਕੋਈ ਵੀ ਹੋ ਸਕਦਾ ਹੈ, ਪਰ ਬੰਦਾ ਬਦਲ ਚ ਜਿਹਨੂੰ ਤੁਸੀਂ ਬਦਲ ਸਮਝਦੇ ਹੋ ਉਹਦੇ ਮਨ 'ਚ ਇਹ ਚਾਹੀਦਾ ਹੈ ਵੀ ਮੈਂ ਸਟੇਟ ਨੂੰ ਇਹ ਜਿੱਥੇ ਗੱਡਾ ਫਸ ਗਿਆ ਇਹਨੂੰ ਬਾਹਰ ਕੱਢਣਾ, ਚਿੱਕੜ 'ਚੋਂ ਬਾਹਰ ਕੱਢਣਾ। ਉਹਦੇ ਵਾਸਤੇ ਸਖਤ ਫੈਸਲੇ ਲੈਣੇ ਪੈਣਗੇ, ਸੁਧਾਰ ਕਰਨਾ ਪਊਗਾ, ਆਪਾ ਤਿਆਗਣਾ ਪਊਗਾ ਆਪਣੇ ਆਪ ਖਾਤਰ। ਵੀ ਜੇ ਤੂੰ ਉਹ ਕਹੇ ਵੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਪਾਲੀ ਜਾਵਾਂ, ਮੈਂ ਆਪਣੇ ਵਾਸਤੇ ਨੋਟ ਛਾਪੀ ਜਾਵਾਂ, ਫੇਰ ਨਹੀਂ ਕੁਝ ਹੋਣਾ। ਫੇਰ ਤਾਂ ਉਹੀ ਕੰਮ ਜੋ ਪਹਿਲਾਂ ਚੱਲਦਾ ਸੀ ਉਹੀ ਚੱਲੂ। ਇਹ ਤਾਂ ਬਹੁਤ ਔਖਾ ਕੰਮ ਹੈ ਔਰ ਬਹੁਤ ਔਖਾ ਲੀਹ ਤੇ ਆਊ। ਕੁਦਰਤ ਨੇ ਬਹੁਤ ਕੁਝ ਦਿੱਤਾ ਹੈ, ਇਹਨੂੰ ਇਹ ਸੰਭਾਲ ਲਓ। ਪੋਲੀਟੀਕਲ ਕਰਪਸ਼ਨ ਬੰਦ ਕਰ ਦਿਓ, ਹੇਠਾਂ ਕਰਪਸ਼ਨ ਆਪੇ ਬੰਦ ਹੋ ਜਾਏਗੀ। ਜਿਹੜੀ ਲੀਡਰਸ਼ਿਪ ਦੀ ਕਰਪਸ਼ਨ ਉਹ ਬੰਦ ਹੋ ਜੇ, ਜਿਹੜੀ ਮਸ਼ੀਨਰੀ ਹੈ ਉਹਦੀ ਕਰਪਸ਼ਨ ਆਪਣੇ ਆਪ ਬੰਦ ਹੋ ਜਾਏਗੀ। ਕਰਪਸ਼ਨ ਬੰਦ ਹੋ ਗਈ, ਰਿਸੋਰਸਿਸ ਤੁਹਾਡੇ ਹੱਥ 'ਚ ਆ ਗਏ, ਉਹ ਰਿਸੋਰਸਿਸ ਲੋਕਾਂ ਤੇ ਖਰਚਣਾ ਸ਼ੁਰੂ ਕਰ ਦਿਓ, ਪੰਜਾਬ ਕਦੇ ਗਰੀਬ ਨਹੀਂ ਹੋਏਗਾ। ਤੁਹਾਨੂੰ ਲੱਗਦਾ ਜਿਹੜੀਆਂ ਮੌਜੂਦਾ ਪੋਲੀਟੀਕਲ ਪਾਰਟੀ ਉਹਨਾਂ 'ਚੋਂ ਕੋਈ ਪਾਰਟੀ ਜਿਹੀ ਹੈ? ਨਹੀਂ, ਮੈਂ ਕੁਝ ਨਹੀਂ ਕਹਿ ਸਕਦਾ ਉਹਨਾਂ ਬਾਰੇ। ਸਾਰਾ ਘੋਖਣਾ ਪਊਗਾ। ਅੱਜ ਤੋਂ ਸਾਰਾ ਪੂਰਾ ਦਿਨ ਰਾਤ ਮੋਰਚੇ ਤੇ ਧਿਆਨ ਲੱਗਿਆ, ਕਦੇ ਕਿਸੇ ਪਾਰਟੀਆਂ ਦੀ ਪੁਣਛਾਣ ਕੀਤੀ ਹੀ ਨਹੀਂ, ਕਦੇ ਮਨ ਹੀ ਨਹੀਂ ਉੱਧਰ ਲਾਇਆ। ਮੈਨੂੰ ਇੱਕ ਆਦਤ ਹੈ, ਮੈਂ ਜਿਹੜੇ ਕੰਮ ਤੇ ਹੁੰਦਾ ਮੈਂ ਪੂਰਾ ਹੀ ਉਹਦੇ ਤੇ ਕੇਂਦਰਿਤ ਹੋ ਜਾਂਦਾ। ਮੈਨੂੰ ਹੋਰ ਇੱਧਰ ਉੱਧਰ ਕੁਝ ਸੁਝਦਾ ਨਹੀਂ। ਮੈਨੂੰ ਕੋਈ ਗਾਲਾਂ ਵੀ ਕੱਢੀ ਜਾਏ ਮੈਨੂੰ ਉਹ ਵੀ ਮੈਨੂੰ ਹਜਮ ਹੋ ਜਾਂਦੀ ਹੈ। ਮੈਂ ਕਹਿੰਦਾ ਨਹੀਂ, ਇਹਦੇ ਕੁਦਰਤ ਵਾਲੇ ਨੇ ਇਹਦੇ ਜਿਵੇਂ ਗਾਲਾਂ ਹੀ ਲਾਈਆਂ, ਇਹਨੂੰ ਕੱਢੀ ਜਾਣ ਦਿਓ। ਮੈਂ ਗਾਲਾਂ ਦਾ ਜਵਾਬ ਨਹੀਂ ਦੇਣਾ। ਕੋਈ ਗੰਦ ਸਿੱਟੀ ਜਾਏ, ਮੈਂ ਨਹੀਂ ਉਹ ਗੰਦ ਦਾ ਜਵਾਬ ਦੇਣਾ। ਤਾਂ ਮੈਂ ਮੋਰਚੇ ਤੇ ਧਿਆਨ ਕੇਂਦਰਿਤ ਕੀਤਾ ਹੈ। ਮੈਨੂੰ ਅੱਜ ਇਸ ਗੱਲ ਦੀ ਸੰਤੁਸ਼ਟੀ ਹੈ। ਮੈਂ ਹਮੇਸ਼ਾ ਜ਼ਿੰਦਗੀ 'ਚ ਸੰਤੁਸ਼ਟੀ ਵਾਸਤੇ ਤੁਰਿਆ ਫਿਰਦਾ ਰਿਹਾ। ਮੈਂ ਬਹੁਤ ਸੰਤੁਸ਼ਟ ਆਦਮੀ ਹਾਂ। ਜਿੰਨੀ ਨੀਂਦ ਮੈਨੂੰ ਆਉਂਦੀ ਹੈ, ਮੈਂ ਕਹਿੰਦਾ ਵਾਹਿਗੁਰੂ ਹਰੇਕ ਨੂੰ ਬਖਸ਼ੇ। ਪੂਰਾ ਐ ਘਰਾੜੇ ਮਾਰ ਕੇ ਸੌਂਈਦਾ, ਕਿਉਂਕਿ ਸਾਰਾ ਦਿਨ ਜੋ ਕੁਝ ਮੈਂ ਕਰਦਾ, ਰਾਤ ਨੂੰ ਸੌਣ ਵੇਲੇ ਆਪਣੀ ਆਤਮਾ ਨੂੰ ਪੁੱਛਦਾ ਵੀ ਅੱਜ ਕੁਝ ਗਲਤ ਤਾਂ ਨਹੀਂ ਹੋਇਆ, ਤੇ ਜੇ ਗਲਤ ਹੋਇਆ ਤਾਂ ਮੈਂ ਆਪਣੇ ਆਪ 'ਚ ਸੁਧਾਰ ਦੀ ਕੋਸ਼ਿਸ਼ ਕਰਦਾ। ਮੇਰਾ ਕਿਸੇ ਨਾਲ ਲੜਨ ਦਾ ਕੋਈ ਮਨ ਨਹੀਂ ਹੁੰਦਾ, ਤੇ ਮੇਰਾ ਸਿਰਫ ਧਿਆਨ ਜਿਹੜਾ ਹੈ ਮੇਰੇ ਕੰਮ ਤੇ ਹੁੰਦਾ ਹੈ। ਔਰ ਵਾਹਿਗੁਰੂ ਨੇ ਮਿਹਰ ਕੀਤੀ ਹੈ। ਆਹ ਅੰਦੋਲਨ ਤਾਂ ਸੀ ਉਹ ਕੁਦਰਤ ਨੇ ਲੜਿਆ, ਅਸੀਂ ਤਾਂ ਨਹੀਂ ਲੜਿਆ। ਕੁਦਰਤ ਦੀ ਪਿੱਛੇ ਬੜੀ ਵੱਡੀ ਸ਼ਕਤੀ ਸੀ, ਉਹਦੇ ਨਾਲ ਇਹ ਅੰਦੋਲਨ ਜਿੱਤਿਆ ਗਿਆ। ਮੈਨੂੰ ਸੈਟਿਸਫੈਕਸ਼ਨ ਹੈ ਵੀ ਅੱਜ ਉਹ ਦੇਸ਼ ਦੀ ਸਰਕਾਰ ਨੇ ਮੰਨ ਲਿਆ ਵੀ ਤੁਸੀਂ ਠੀਕ ਹੋ। ਮੌਜੂਦਾ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ, ਕਦੇ ਰਾਜੇਵਾਲ ਸਾਹਿਬ ਉਹਨਾਂ 'ਚੋਂ ਕਦੇ ਕਿਸੇ ਦਾ ਹਿੱਸਾ ਹੋ ਸਕਦੇ, ਕਦੇ ਨਹੀਂ ਹੋਣਗੇ। ਮੌਜੂਦਾ ਦਾ ਮਤਲਬ ਜਿੰਨੇ ਵੀ ਪੰਜਾਬ 'ਚ ਨੇ, ਲੈਫਟ ਰਾਈਟ ਸਾਰੀਆਂ। ਮੈਂ ਨਹੀਂ ਕਹਿ ਸਕਦਾ, ਅਕਾਲ ਪੁਰਖ ਨੂੰ ਪਤਾ। ਉਹ ਜੋ ਜ਼ਿੰਮੇਵਾਰੀ ਲਾਉਂਦਾ ਬੰਦਾ ਉਹ ਕਰੀ ਜਾਂਦਾ। ਅਸੀਂ ਤਾਂ ਐਵੇਂ ਕਹੀ ਜਾਂਦੇ ਮੈਂ ਆ ਕਰਦਾ, ਤੁਸੀਂ ਕੁਝ ਨਹੀਂ ਕਰਦੇ। ਜੇ ਇਨ ਰੀਅਲ ਸੈਂਸ ਤੁਸੀਂ ਦੇਖੋ, ਤੁਹਾਨੂੰ ਕੁਝ ਤੁਹਾਡੇ ਜ਼ਿੰਮੇ ਕੁਦਰਤ ਨੇ ਲਾਇਆ। ਤੁਹਾਡੇ ਕੋਲੋਂ ਕੋਈ ਸੇਵਾ ਲੈਣੀ ਹੈ, ਉਹ ਤੁਹਾਡੇ ਜ਼ਿੰਮੇ ਲਾਤੀ, ਤੁਸੀਂ ਉਹ ਕਰੀ ਜਾਂਦੇ ਹੋ। ਤੇ ਮੈਂ ਜੇ ਕਹਾਂ ਵੀ ਮੈਂ ਬੜਾ ਤੀਸਮਾਰ ਖਾਂ, ਨਾ, ਕੁਦਰਤ ਤੀਸਮਾਰ ਖਾਂ ਹੈ। ਉਹਨੇ ਜੋ ਮੇਰੀ ਜ਼ਿੰਮੇ ਡਿਊਟੀ ਲਾਤੀ, ਮੈਂ ਸ਼ੁਕਰਗੁਜ਼ਾਰ ਹਾਂ ਉਹਦਾ ਵੀ ਉਹਨੇ ਮੇਰੇ ਜ਼ਿੰਮੇ ਡਿਊਟੀ ਚੰਗੀ ਉਹ ਲਾਈ। ਮਾੜੀ ਡਿਊਟੀ ਕਦੇ ਨਹੀਂ ਲਾਈ, ਕਿਸੇ ਨੂੰ ਗਾਲਾਂ ਕੱਢਣ ਦੀ ਡਿਊਟੀ ਨਹੀਂ ਲਾਈ। ਤਾਂ ਇਸ ਕਰਕੇ ਮੈਂ ਸ਼ੁਕਰਗੁਜ਼ਾਰ ਹਾਂ। ਪਤਾ ਨਹੀਂ ਉਹਨੂੰ ਕੀ ਮਨਜ਼ੂਰ ਹੈ, ਜੋ ਉਹਨੂੰ ਮਨਜ਼ੂਰ ਆ ਹੋ ਜਾਏਗਾ। ਜਿਵੇਂ ਐ ਚੱਲਦਾ ਹੈਗਾ ਕਿ ਜਿਹੜਾ ਆਪ ਵਾਲੇ ਨੂੰ ਚਿਹਰਾ ਨਹੀਂ ਲੱਭ ਰਿਹਾ ਹੈਗਾ, ਐ ਚਰਚਾ ਚੱਲਦੀ ਹੈ ਪੰਜਾਬ 'ਚ, ਕਹਿੰਦੇ ਉਹ ਚਿਹਰਾ ਰਾਜੇਵਾਲ ਸਾਹਿਬ ਨੇ। ਪਤਾ ਨਹੀਂ, ਹਰ ਇੱਕ ਦਾ ਸੋਚਣ ਦਾ ਢੰਗ ਹੈ। ਤੁਸੀਂ ਮੇਰੇ ਮਿੱਤਰੋ, ਤੁਸੀਂ ਕਹੋਗੇ ਵੀ ਰਾਜੇਵਾਲ ਬਹੁਤ ਵਧੀਆ ਬੰਦਾ ਹੈ, ਤੇ ਜਿਹੜਾ ਦੁਸ਼ਮਣ ਹੈ ਉਹ ਕਹੂਗਾ ਨਹੀਂ ਯਾਰ ਇਹ ਤਾਂ ਬਹੁਤ ਘਟੀਆ ਬੰਦਾ ਹੈ। ਆਪੋ ਆਪਣਾ ਸੋਚਣ ਦਾ ਢੰਗ ਹੈ। ਤੁਸੀਂ ਕਦੇ ਚਿਹਰਾ ਹੋ ਸਕਦੇ ਜਾਂ ਨਹੀਂ ਹੋ ਸਕਦੇ ਉਹਨਾਂ ਦਾ? ਨਹੀਂ, ਮੈਂ ਤੁਹਾਨੂੰ ਜ਼ਿਕਰ ਕਰਤਾ ਵੀ ਮੈਂ ਬਿਲੀਵ ਨਹੀਂ ਕਰਦਾ ਇਹਨਾਂ ਗੱਲਾਂ ਵਿੱਚ। ਨੇਚਰ ਹੈ,
ਜੋ ਕਿਸੇ ਦੇ ਜ਼ਿੰਮੇ ਲਾਉਂਦੀ ਉਹ ਕਰਦੀ ਹੈ। ਜੇ ਲਾਗੀ ਡਿਊਟੀ ਨੇਚਰ ਨੇ ਲਾਤੀ ਤੇ ਜਿਹਦੇ ਲਾਤੀ ਕਰਾਂਗੇ, ਫਿਰ ਮੈਂ ਕੌਣ ਆ ਜਵਾਬ ਦੇਣ ਵਾਲਾ? ਇਹ ਮੈਨੂੰ ਨਹੀਂ ਪਤਾ ਵੀ ਕੀ ਹੋਣਾ, ਕੱਲ ਨੂੰ ਕੀ ਹੋਣਾ, ਇੱਕ ਕਦਮ ਗਾਂਹ ਕੀ ਹੋਣਾ, ਆਈ ਕਾਂਟ ਸੇ। ਜਿਹੜੇ ਜਿਵੇਂ ਆਮ ਤੌਰ ਦੇ ਉੱਤੇ ਇਹ ਕਿਹਾ ਗਿਆ ਕਿ ਨੀਤੀਆਂ ਦੀ ਲੜਾਈ ਹੈ ਨਾ, ਨੀਤੀਆਂ ਤੇ ਨੀਅਤ ਦੀ ਲੜਾਈ ਹੈ ਜਿਹੜੀ, ਤੁਸੀਂ ਇੱਥੇ ਨੀਤੀਆਂ ਤੇ ਨੀਅਤ ਦੀ ਲੜਾਈ, ਇੱਕ ਤੁਸੀਂ ਪੂਰਾ ਨੈਰੇਟਿਵ ਬਦਲਤਾ ਗਲੋਬਲਾਈਜੇਸ਼ਨ ਨੂੰ ਲੈ ਕੇ, ਜਿਹੜੇ ਸੈਲੀਬ੍ਰੇਟ ਕਰਦੇ ਸੀ ਬਹੁਤ ਵਧੀਆ ਚੀਜ਼ ਹੈ। ਤਾਂ ਤੁਸੀਂ ਦੱਸਿਆ ਕਿ ਕਿਵੇਂ ਕਿਸਾਨੀ ਮਰ ਰਹੀ ਹੈ ਜਾਂ ਨਿਊ ਇਕਨੋਮਿਕ ਪਾਲਿਸੀ ਕੀ ਹੈ। ਪੰਜਾਬ ਦੀ ਲੜਾਈ ਜਿਹੜੀ ਅਗਲੀ ਹੈ, ਮੈਂ ਰਾਜੇਵਾਲ ਸਾਹਿਬ ਤੋਂ ਪੁੱਛਾਂ ਇਕੱਲਿਆਂ ਤੋਂ, ਨੀਤੀਆਂ ਤੇ ਨੀਅਤ ਦੀ ਲੜਾਈ ਹੋ ਜਾਂ ਪੋਲੀਟੀਕਲ ਲੜਾਈ ਵੀ ਹੋ ਸਕਦੀ ਹੈ ਡਾਇਰੈਕਟ? ਇਹ ਨੀਤੀਆਂ ਤੇ ਨੀਅਤ ਦੀ ਲੜਾਈ ਹੋਣੀ ਚਾਹੀਦੀ ਹੈ। ਨੀਅਤ ਸਾਫ਼ ਹੋਵੇ ਤੇ ਫਿਰ ਤੁਸੀਂ ਨੀਤੀਆਂ ਵਧੀਆ ਬਣਾਓ। ਨੀਤੀਆਂ ਬਣਾਓ ਲੋਕਾਂ ਨੂੰ ਪੁੱਛ ਕੇ, ਲੋਕਾਂ ਨੂੰ ਜਿਨ੍ਹਾਂ ਦੀ ਲੋੜ ਹੈ ਉਹ ਬਣਾਓ, ਤੇ ਫਿਰ ਤੁਸੀਂ ਸਫਲ ਹੋਵੋਗੇ। ਜੇ ਲੋਕਾਂ ਦੇ ਅਨੁਕੂਲ ਨਾ ਹੋਣਗੀਆਂ ਨੀਤੀਆਂ ਤਾਂ ਲੋਕੀ ਤੁਹਾਨੂੰ ਬਹੁਤ ਛੇਤੀ ਨਕਾਰ ਦੇਣਗੇ। ਕੋਈ ਸੱਦਾ ਪੱਤਰ, ਜਿਵੇਂ ਤੁਸੀਂ ਪਿਛਲੇ ਦਿਨਾਂ ਤੋਂ ਸਾਰਾ ਚੱਲ ਰਿਹਾ ਸੀ, ਕੋਈ ਸੱਦਾ ਪੱਤਰ ਆਇਆ ਹੁਣ? ਕਿਉਂਕਿ ਅੱਜ ਮਨਜੀਤ ਰਾਏ ਹੋਰਾਂ ਨੇ ਵੀ ਕਿਹਾ ਮੇਰੇ ਨਾਲ ਗੱਲ ਕਰਦੇ ਆ ਕਿ ਘੱਟੋ ਘੱਟ ਹੁਣ ਇੱਕ ਗੱਲਬਾਤ ਤੇ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ, ਸਾਨੂੰ ਦੱਸਣ ਸਾਰੇ ਕਿ ਕੀ ਹੈਗਾ ਭਾਈ, ਕਿਵੇਂ ਕਰਨਾ, ਸਾਨੂੰ ਵੀ ਇੱਕ ਫਾਰਮਲੀ ਸ਼ਾਮਲ ਕੀਤਾ ਜਾਵੇ। ਇਹ ਕਰਨਾ ਚਾਹੀਦਾ, ਸਰਕਾਰ ਨੂੰ ਕਰਨਾ ਚਾਹੀਦਾ, ਪਰ ਮੈਂ ਇਹਦੀ ਡਿਟੇਲਸ ਨਹੀਂ ਕਹਿ ਸਕਦਾ। ਸੁਨੇਹਾ ਮਤਲਬ ਆਇਆ ਹੋਇਆ, ਸਾਨੂੰ ਦੱਸਣਾ ਨਹੀਂ ਤੁਸੀਂ? ਮੇਰੀ ਮਜਬੂਰੀ ਹੈ। ਕੱਲ ਵਾਲੀ ਮੀਟਿੰਗ ਦਾ ਏਜੰਡਾ ਕੀ ਹੈ? ਸਵੇਰੇ ਮੀਟਿੰਗ ਰੱਖਿਆ 11 ਵਜੇ ਤੁਸੀਂ? ਕੱਲ ਦੀ ਮੀਟਿੰਗ 'ਚ ਇਹਨੂੰ ਸਾਰਾ ਜੋ ਕੁਝ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਉਹਨੂੰ ਵੇਖ ਕਰਾਂਗੇ, ਉਹਦਾ ਲੇਖਾ ਜੋਖਾ ਕਰਾਂਗੇ ਕੀ ਕੀਤਾ ਹੈ। ਇਮਾਨਦਾਰੀ ਨਾਲ ਕੀਤਾ ਲੱਗਦਾ ਹੈ ਕਿ ਬੇਈਮਾਨੀ ਨਾਲ? ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਦਾ ਬਦਕਿਸਮਤੀ ਹੈ, ਦੇਸ਼ ਦੀ ਅਕਸੇ ਬਣ ਗਿਆ ਵੀ ਸਭ ਤੋਂ ਝੂਠਾ ਪ੍ਰਧਾਨ ਮੰਤਰੀ ਹੈ। ਇਸੇ ਕਰਕੇ ਅਸੀਂ ਕਿਹਾ ਨਾ ਵੀ ਪਹਿਲਾਂ ਪਾਰਲੀਮੈਂਟ 'ਚ ਪਾਸ ਕਰੋ, ਨਹੀਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ। ਨਹੀਂ ਤਾਂ ਪ੍ਰਧਾਨ ਮੰਤਰੀ ਦਾ ਕਿਹਾ ਹੋਇਆ ਇੱਕ ਸ਼ਬਦ ਦੇਸ਼ ਲਈ ਬਹੁਤ ਅਹਿਮ ਹੁੰਦਾ ਹੈ, ਤੇ ਸਾਡਾ ਪ੍ਰਧਾਨ ਮੰਤਰੀ ਜਦੋਂ ਬੋਲਦਾ ਲੋਕੀ ਜਦੇ ਸ਼ੱਕ ਕਰਨ ਲੱਗ ਜਾਂਦੇ ਨੇ ਵੀ ਪਤਾ ਨਹੀਂ ਇਹਦੇ ਪਿੱਛੋਂ ਕੀ ਨਿਕਲਣਾ। ਤੋ ਇਸ ਕਰਕੇ ਕੱਲ ਨੂੰ ਅਸੀਂ ਕੋਖਾਂਗੇ ਵੀ ਜੋ ਬੋਲਿਆ ਉਹਨੇ ਉਹ ਗੱਲ ਤੋਂ ਉੱਤੇ ਬੋਲਿਆ ਕਿ ਅੰਦਰੋਂ ਬੋਲਿਆ, ਉਹਦਾ ਪਤਾ ਹੀ ਨਹੀਂ ਲੱਗਦਾ। ਔਰ ਕਮਾਲ ਇਹ ਹੋਈ ਆ ਵੀ ਅੱਜ ਤੱਕ ਤਾਂ ਉਹ ਕਿਸਾਨ ਅੰਦੋਲਨ ਤੇ ਉਹਨੇ ਕਮੈਂਟ ਹੀ ਨਹੀਂ ਕੀਤਾ। ਜਿਉਂ ਕਮੈਂਟ ਕਰਨ ਲੱਗਿਆ ਅੱਜ ਰੁਕੇ ਹੀ ਨਹੀਂ। ਸਾਰੇ ਜਿਹੜੇ ਸੀਗੇ ਕਪਾੜ ਖੋਲਤੇ ਉਹਨੇ, ਸਭ ਕੁਝ ਇੱਕਦਮ ਬਾਹਰ ਆ ਗਿਆ। ਹਾਲੇ ਦੇਖਣਾ ਪਊਗਾ ਵੀ ਸੱਚੇ ਦਿਲੋਂ ਕੀਤਾ ਕਿ ਐਵੇਂ ਉੱਪਰੋਂ ਕੀਤਾ। ਤੁਹਾਨੂੰ ਲੱਗਦਾ ਝੂਠ ਵੀ ਹੋ ਸਕਦਾ ਹੈ? ਹੋ ਸਕਦਾ ਹੈ। ਇਸੇ ਕਰਕੇ ਤਾਂ ਅਸੀਂ ਸ਼ਰਤ ਰੱਖਦੇ ਹਾਂ ਵੀ ਪਾਰਲੀਮੈਂਟ 'ਚ ਪਾਸ ਕਰੋ ਜਾਂ ਆਰਡੀਨੈਂਸ ਕਰੋ। ਆਰਡੀਨੈਂਸ ਹੱਥ ਫੜਾਓ, ਤੁਹਾਨੂੰ ਪਾਰਲੀਮੈਂਟ 'ਚ ਜਾਣਾ ਹੀ ਪਊਗਾ ਨਾ ਲੈ ਕੇ ਆਰਡੀਨੈਂਸ ਨੂੰ। ਤੇ ਜਾਂ ਫਿਰ ਪਾਰਲੀਮੈਂਟ ਵਿੱਚ ਤੁਸੀਂ ਰਿਪੀਲ ਕਰਨ ਵਾਸਤੇ ਸਿੱਧਾ ਉਹਨੇ ਸ਼ਬਦ ਵਰਤੇ ਨੇ ਵੀ ਪਾਰਲੀਮੈਂਟ ਦਾ ਸੈਸ਼ਨ ਆ ਗਿਆ, ਉਹਦੇ ਵਿੱਚ ਅਸੀਂ ਰਿਪੀਲ ਕਰਾਂਗੇ। ਕਰ ਦੇਣ ਰਿਪੀਲ, ਜਿੱਦਣ ਰਿਪੀਲ ਕਰਦਾ ਸੀ ਘਰ ਨੂੰ ਤੁਰ ਜਾਂਗੇ। ਸਾਡਾ ਕਿਹੜਾ ਕੋਈ ਪ੍ਰੈਸਟੀਜ ਇਸ਼ੂ ਹੈ? ਇਹੀ ਤਾਂ ਸੀ ਵੀ ਰਿਪੀਲ ਕਰ ਦਿਓ, ਇਹਦੇ ਵਾਸਤੇ ਹੀ ਆਏ ਸੀ। ਤੇ ਜੇ ਰਿਪੀਲ ਹੋ ਗਏ ਫਿਰ ਇੱਥੇ ਕਾਹਦੇ ਵਾਸਤੇ ਬੈਠਣਾ ਸੀ? ਹਾਂ, ਇੱਕ ਗੱਲ ਜ਼ਰੂਰ ਮੈਂ ਚੌਕਸ ਕਰਾਂਗਾ ਸਾਰੇ ਦੇਸ਼ ਵਾਸੀਆਂ ਨੂੰ, ਖਾਸ ਤੌਰ ਤੇ ਪੰਜਾਬੀਆਂ ਨੂੰ, ਇਹ ਲੜਾਈ ਜਿੱਤਣ ਤੋਂ ਬਾਅਦ ਲੜਾਈ ਖਤਮ ਨਹੀਂ ਹੋਈ। ਹਾਲੇ ਅੱਗੇ ਕਾਰਪੋਰੇਟਾਈਜੇਸ਼ਨ ਦੇ ਖਿਲਾਫ ਲੜਾਈ ਹਰ ਵੇਲੇ ਪੱਬਾਂ ਭਾਰ ਰਹਿਣਾ ਪਊ। ਉਹ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਬਹੁਤ ਗਹਿਰੀ ਅੱਖ ਨਾਲ ਦੇਖ ਰਿਹਾ, ਤੁਹਾਨੂੰ ਕੋਖ ਰਿਹਾ। ਜਿੱਦਣ ਥੋੜਾ ਜਿਹਾ ਸੌਂਗੇ ਉਹਨੇ ਫਿਰ ਡੰਗ ਮਾਰਨਾ। ਇਸ ਕਰਕੇ ਹਰ ਵੇਲੇ ਚੌਕਸ ਰਹਿਣ ਦਾ ਸਮਾਂ ਆ ਗਿਆ। ਤੇ ਜੇ ਬਚਣਾ ਤਾਂ ਚੌਕਸ ਰਹਿਣਾ ਪਊ। ਜੇ ਹੁਣ ਇਹ ਜਿੱਤ ਹੋ ਗਈ, ਜਸ਼ਨ ਮਨਾ ਲਿਆ ਲਾ 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 ਕਰਕੇ, ਕਿਤੇ ਲੱਡੂ ਵੰਡ ਲਏ, ਕਿਤੇ ਅੱਜ ਪਟਾਕੇ ਚੱਲ ਰਹੇ ਨੇ, ਲੋਕੀ ਦੀਵਾਲੀ ਮਨਾ ਰਹੇ ਨੇ, ਤੇ ਇਹ ਜੋਸ਼ ਚਾ ਕੇ ਹੋਸ਼ ਭੁੱਲ ਗਏ ਤੇ ਫਿਰ ਰਗੜਾ ਪੈ ਜਾਊ। ਇਸ ਕਰਕੇ ਚੌਕਸ ਰਹਿਣ ਦੀ ਲੋੜ ਹੈ। ਲੜਾਈ ਮੁੱਕੀ ਨਹੀਂ, ਇਹ ਤਾਂ ਇੱਕ ਪੜਾਅ ਖਤਮ ਕੀਤਾ। ਪੰਜਾਬ ਦੇ ਲੋਕਾਂ ਨੂੰ ਕਾਲ ਵੀ ਦੇ ਰਹੇ ਹੋ ਤੁਸੀਂ ਕਿ ਇੱਕ ਵਾਰ ਆਓ ਇੱਥੇ? ਉਹ ਅਸੀਂ ਪਹਿਲਾਂ ਹੀ ਦਿੱਤੀ ਹੋਈ ਹੈ। 26 ਨੂੰ ਸਾਡੀ 1 ਸਾਲ ਹੋਣਾ, ਅਸੀਂ 26 ਤਰੀਕ ਨੂੰ ਕਿਹਾ ਸਾਰੇ। ਕਿਉਂਕਿ ਇੱਕ ਸਾਡਾ ਜਿਹੜਾ ਕੰਮ ਦੀ ਨੇਚਰ ਹੈ ਵੀ ਫਸਲ ਬੀਜਣੀ ਵੱਢਣੀ, ਉਹ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ। ਕਈਆਂ ਲੋਕਾਂ ਨੂੰ ਲੱਗਦਾ ਲਓ ਜੀ ਉੱਥੇ ਘੱਟ ਗਿਆ, ਭਲੇ ਮਾਨਸੋ ਅਸੀਂ ਜਿਉਣਾ ਹੈ, ਫਸਲ ਦੇ ਸਹਾਰੇ ਤਾਂ ਜਿਉਣਾ ਹੈ। ਅਸੀਂ ਲੋਕਾਂ ਨੂੰ ਕਿਹਾ ਜਾਓ ਆਪਣਾ ਝੋਨਾ ਵੱਢੋ, ਕਣਕ ਬੀਜੋ, ਫਿਰ ਉਹਦੇ ਬਾਅਦ ਆ ਜਾਓ। ਹੁਣ ਲੋਕ ਆਉਣੇ ਸ਼ੁਰੂ ਹੋਏ, ਤੜਕ ਫੈਸਲਾ ਆ ਗਿਆ। ਅਸੀਂ 26 ਤਰੀਕ ਦੀ ਕਾਲ ਦਿੱਤੀ ਹੋਈ ਹੈ ਵੀ 26 ਨੂੰ ਫਿਰ ਵੱਡਾ ਇਕੱਠ ਹੋਣਾ ਚਾਹੀਦਾ। ਮੈਨੂੰ ਲੱਗਦਾ ਰਿਕਾਰਡ ਇਕੱਠ ਹੋ ਜਾਏਗਾ। ਫਿਰ ਇਕੱਠ ਵੀ ਹੋਏਗਾ। ਕੀ ਤੁਸੀਂ ਪਾਰਲੀਮੈਂਟ ਵਾਲਾ ਹੁਣ ਰੱਖੋਗੇ ਜਾਂ ਤੁਸੀਂ ਅਜੇ ਪੈਂਡਿੰਗ ਕਰ ਦਿੱਤਾ, ਜਾਂ ਕੱਲ ਦੀ ਮੀਟਿੰਗ ਡਿਸਾਈਡ ਹੋਏਗਾ? ਨਹੀਂ, ਕੱਲ ਦੀ ਮੀਟਿੰਗ 'ਚ ਡਿਸਾਈਡ ਨਹੀਂ ਹੋਣਾ। ਕੱਲ ਨੂੰ ਤਾਂ ਸਾਡੀ 9 ਮੈਂਬਰੀ ਕਮੇਟੀ ਦੀ ਮੀਟਿੰਗ ਹੈ, ਕੁਛ ਇਸ਼ੂਜ਼ ਕੋਖਾਂਗੇ। ਤੇ ਪਰਸੋਂ ਸਾਡੀ 32 ਦੀ ਮੀਟਿੰਗ ਹੈ, ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ,
ਤੇ ਉਹ ਤੋਂ ਬਾਅਦ ਸਾਡੀ ਜਿਹੜੀ ਜਨਰਲ ਬਾਡੀ ਮੀਟਿੰਗ ਹੈ, ਸਾਰੀਆਂ ਸਟੇਟਾਂ ਦੀ ਐਸਕੇਐਮ ਦੀ ਮੀਟਿੰਗ ਹੈ, ਉਹਦੇ ਵਿੱਚ ਫਾਈਨਲ ਫੈਸਲੇ ਹੋਣਗੇ। ਮੈਂ ਕਹਿ ਰਿਹਾ ਪਾਰਲੀਮੈਂਟ ਜਾ ਰਹੇ ਹੋ ਜਾਂ ਪਾਰਲੀਮੈਂਟ ਵਾਲਾ ਹੁਣ ਪੈਂਡਿੰਗ ਕਰ ਲਿਆ ਇਸ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਤੋਂ ਬਾਅਦ? ਮੈਂ ਅੱਜ ਕੁਝ ਨਹੀਂ ਕਹਿ ਸਕਦਾ। ਅੱਜ ਸਾਡਾ ਪ੍ਰੋਗਰਾਮ ਉਹ ਸਟੈਂਡ ਕਰਦਾ ਹੈ, ਅਸੀਂ ਉਹ ਤੋਂ ਪਿੱਛੇ ਨਹੀਂ ਹਟੇ। ਹਾਲੇ ਦੇਖਣਾ ਕੀ ਰੋਜ਼ ਕੀ ਹਾਲਾਤ, ਇਹ ਜਦੋਂ ਇਦਾਂ ਦਾ ਐਲਾਨ ਹੋ ਜਾਏ ਉਹਦੇ ਬਾਅਦ ਰੋਜ਼ ਤੁਹਾਨੂੰ ਹਾਲਾਤਾਂ ਦੇ ਉੱਤੇ ਅੱਖ ਰੱਖਣੀ ਪਏਗੀ। ਰੋਜ਼ ਅੱਖ ਰੱਖਾਂਗੇ, ਦੇਖਾਂਗੇ ਕੀ ਆ, ਉਹਦੇ ਮੁਤਾਬਕ ਫੈਸਲਾ ਲਵਾਂਗੇ। ਸਾਡੇ ਹੱਥ 'ਚ ਹੈ ਲੜਾਈ। ਅਸੀਂ ਜੇ ਸਰਕਾਰ ਨਹੀਂ ਕੁਝ ਕਰਦੀ ਦਿਸੂ, ਅਸੀਂ ਡੈਫੀਨੇਟਲੀ ਜਾਵਾਂਗੇ ਪਾਰਲੀਮੈਂਟ ਵੱਲ। ਅਸੀਂ ਪਾਰਲੀਮੈਂਟ ਦਾ ਵਾਪਸ ਤਾਂ ਨਹੀਂ ਲਿਆ, ਉਹ ਨਹੀਂ ਅਸੀਂ ਵਾਪਸ ਲਵਾਂਗੇ। ਹਾਂ, ਜੇ ਉਹ ਪਾਸ ਕਰਦੇ ਨੇ ਜਾਂ ਆਰਡੀਨੈਂਸ ਇਸ਼ੂ ਕਰ ਦਿੰਦੇ ਨੇ, ਫਿਰ ਅਸੀਂ ਬੈਠ ਕੇ ਸੋਚ ਲਾਂਗੇ ਉਹਦੇ ਵਿੱਚ ਕੀ ਹੈ, ਐਮਐਸਪੀ ਦੀ ਕਮੇਟੀ ਵਿੱਚ ਕੀ ਹੈ, ਜਿਹੜੀਆਂ 3 ਕਾਨੂੰਨ ਨੇ ਉਹਨਾਂ ਨੂੰ ਰਿਪੀਲ ਕਰਨ ਵਾਸਤੇ ਕੀ ਲਿਖਿਆ ਇਹਨਾਂ ਨੇ। ਉਹ ਦੇਖੋ, ਬਹੁਤ ਹੀ ਕੇਅਰਫੁਲ ਰਹਿਣ ਦੀ ਲੋੜ ਹੈ। ਇੱਕ ਇੱਕ ਸ਼ਬਦ ਦੇਖਣਾ ਹੁੰਦਾ ਹੈ ਜਦੋਂ ਉਹਨਾਂ ਨੇ ਲਿਖਤੀ ਪੜ੍ਹਤੀ ਕੁਝ ਕਰਨਾ ਹੈ। ਸ਼ਬਦਾਂ ਦੀ ਉਹ ਲੜਾਈ ਹੈ। ਇਹ ਸਾਰਾ ਜੋ ਕੁਝ ਸੀ ਉਹ ਤਾਂ ਕਹੀ ਗਏ ਨੇ ਬਹੁਤ ਵਧੀਆ ਕਾਨੂੰਨ ਨੇ, ਔਰ ਉਹ ਐਸੀ ਸ਼ਬਦ ਜੰਗ ਸੀ। ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਸੀ। ਅਸੀਂ ਚੌਕਸ ਰਹੇ, ਨਿਕਲਿਆ ਤੇ ਉਹ ਫੇਰ ਕੋਈ ਸਾਨੂੰ ਸ਼ਬਦ ਜਾਲ ਪਾ ਦੇਣ, ਇਹਦੇ ਲਈ ਚੌਕਸ ਰਹਿਣਾ ਜ਼ਰੂਰੀ ਹੈ। ਅੱਜ ਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜਚਾ ਨਹੀਂ ਸਕੇ, ਸਾਡੀ ਦੁਰਭਾਗ ਆ, ਅਸੀਂ ਨਹੀਂ ਜਚਾ ਸਕੇ। ਗੱਲ ਤਾਂ ਅਸੀਂ ਵਧੀਆ ਕੀਤੀ ਸੀ। ਉਹ ਜਚਾ ਨਹੀਂ ਸਕੇ ਵੀ ਅਸੀਂ ਝੂਠ ਨੂੰ ਸੱਚ ਬਣਾ ਨਹੀਂ ਸਕੇ। ਇਹ ਸੀ ਉਹਨਾਂ ਦਾ ਅਸਲੀ ਇਹਦੇ ਪਿੱਛੇ ਮਨਸ਼ਾ, ਵੀ ਅਸੀਂ ਹਮੇਸ਼ਾ ਝੂਠ ਬੋਲਦੇ ਹਾਂ। ਇਹ ਪਹਿਲੀ ਵਾਰੀ ਹੋਇਆ ਵੀ ਸਾਡਾ ਝੂਠ ਫੜ ਲਿਆ, ਉਹ ਸੱਚ ਬਣਨ ਨਹੀਂ ਦਿੱਤਾ ਝੂਠ ਨੂੰ। ਜਿਹੜੀ ਅੱਜ ਪੂਰੀ ਸਪੀਚ ਸੀ ਪ੍ਰਧਾਨ ਮੰਤਰੀ ਦੀ, ਕਿਵੇਂ ਲੱਗੀ ਤੁਹਾਨੂੰ ਉਹ? ਇਹ ਸੀ ਵੀ ਉਹਦੇ ਅੰਦਰ ਇੱਕ ਲੋਕਾਂ ਦੇ ਸਮਝਣ ਦਾ ਡਰ ਸੀ। ਜਿਸ ਤਰ੍ਹਾਂ ਸਾਰੇ ਦੇਸ਼ ਵਿੱਚ ਲੋਕਾਂ 'ਚ ਅਵੇਅਰਨੈਸ ਆਈ ਹੈ, ਇਸ ਅੰਦੋਲਨ ਨੇ ਬਹੁਤ ਵੱਡੀ ਪੱਧਰ ਤੇ ਅਵੇਅਰਨੈਸ ਫੈਲਾਈ ਹੈ, ਲੋਕਾਂ ਨੂੰ ਲੜਨਾ ਸਿਖਾਇਆ। ਜਿਹੜੇ ਲੋਕ ਪੋਲੀਟੀਕਲ ਲੀਡਰ ਨੂੰ ਦੇਖ ਕੇ ਪਿੱਛੇ ਨੂੰ ਜਾਂਦੇ ਹੁੰਦੇ ਸੀ, ਨਾ ਇਹਦੇ ਮੂਹਰੇ ਦੀ ਨਹੀਂ ਲੰਘਣਾ, ਉਹ ਕਹਿੰਦੇ ਹੁੰਦੇ ਸੀ ਨਾ ਘੋੜੇ ਦੇ ਪਛਾੜੀ, ਉਹ ਲੀਡਰ ਦੇ ਅਗਾੜੀ, ਉਹ ਡਰਦੇ ਹੁੰਦੇ ਸੀਗੇ ਵੀ ਲੰਘਣਾ ਨਹੀਂ ਚਾਹੀਦਾ। ਉਹ ਮੂਹਰਿਓਂ ਘੇਰ ਕੇ ਲੀਡਰ ਨੂੰ ਉਹਦੇ ਤੇ ਸਵਾਲ ਕਰਨ ਲੱਗ ਗਏ, ਉਹ ਵੀ ਅੱਖ ਚੱਕ ਪਾ ਕੇ। ਇਹ ਬੜੀ ਵੱਡੀ ਪ੍ਰਾਪਤੀ ਹੈ। ਤੇ ਹੁਣ ਲੀਡਰ ਡਰਨ ਲੱਗ ਪਏ, ਲੋਕ ਨਹੀਂ ਡਰਦੇ। ਤਾਂ ਇਹ ਅਵੇਅਰਨੈਸ ਆਈ ਹੈ ਸਾਰੇ ਦੇਸ਼ ਵਿੱਚ, ਇੱਕ ਨਵੀਂ ਤਬਦੀਲੀ ਦਾ ਸੰਕੇਤ ਹੈ। ਪਹਿਲਾ ਦਿਨ ਤੇ ਅੱਜ ਇਹ ਦਿਨ ਬੈਠੇ ਆ, ਆਖਰੀ ਤਾਂ ਨਹੀਂ ਹੈਗਾ, ਆਖਰੀ ਤਾਂ ਆਊਗਾ ਜਦੋਂ ਜਾਵਾਂਗੇ ਸਾਰੇ ਇੱਥੋਂ। ਕਿਵੇਂ ਲੱਗਦਾ ਹੈ ਸਫ਼ਰ ਨੂੰ, ਕਿਵੇਂ ਦੇਖਦੇ ਹੋ ਤੁਸੀਂ? ਜਿਹੜਾ ਪਹਿਲਾ ਦਿਨ ਸੀ ਉਦੋਂ ਉਰੇ ਆਏ ਸੀਗੇ, ਪਹੁੰਚੇ ਸੀ ਆਪਾਂ 25 ਤਰੀਕ ਨੂੰ, ਮੈਂ ਵੀ ਕਵਰ ਕਰ ਰਿਹਾ ਸੀ, ਤੁਸੀਂ ਸਾਰੇ ਚੱਲੇ ਰਾਹ 'ਚ, ਤੁਸੀਂ ਬੋਲੇ ਵੀ ਕਿ ਭਾਈ ਆਰਾਮ ਨਾਲ ਸ਼ਾਂਤੀ ਰੱਖੋ, ਔਰ ਤੁਹਾਡੇ ਤੇ ਸਭ ਤੋਂ ਜ਼ਿਆਦਾ ਤੁਸੀਂ ਇਹ ਕਹਿੰਦੇ ਰਹੇ ਹੋ ਭਾਈ ਜਾਬਤੇ 'ਚ ਰਹੋ। ਦੇਖੋ, ਹਰ ਇੱਕ ਸਮੇਂ ਦੇ ਆਪੋ ਅਲੱਗ ਪ੍ਰੈਸ਼ਰਸ ਹੁੰਦੇ ਨੇ। ਪਹਿਲੇ ਦਿਨ ਇੱਥੇ ਆਏ ਉਦੋਂ ਅਲੱਗ ਕਿਸਮ ਦੇ ਪ੍ਰੈਸ਼ਰ ਸੀ। ਅੱਜ ਇਹਨੇ ਕੁਝ ਐਲਾਨ ਕੀਤਾ, ਉਹਦੇ ਨਾਲ ਕੁਝ ਰਿਲੈਕਸ ਵੀ ਹੋਏ ਆ, ਪਰ ਹੋਰ ਚੌਕਸ ਹੋ ਗਏ। ਤੇ ਰਿਲੈਕਸੇਸ਼ਨ ਵਿੱਚ ਨਹੀਂ ਐਵੇਂ ਚੌੜੇ ਜਿਹੇ ਹੋਏ ਫਿਰੀਏ ਵੀ ਜਿੱਤ ਲਿਆ ਮੋਰਚਾ, ਜਿੱਤ ਲਿਆ ਨਾ। ਹਾਲੇ ਤਾਂ ਚੌਕਸੀ ਨਾਲ ਦੇਖਣ ਦੀ ਲੋੜ ਹੈ। ਤੋ ਚੌਕਸ ਵੀ ਹੋ ਗਏ। ਇਹ ਆਪਣੀ ਕਿਸਮ ਦਾ ਪ੍ਰੈਸ਼ਰ ਹੈ। ਤੋ ਕੋਈ ਫਰਕ ਨਹੀਂ, ਦਿਨ ਇੱਕੋ ਜਿਹੇ ਹੁੰਦੇ ਨੇ। ਤੁਸੀਂ ਉਹਨਾਂ ਨੂੰ ਕਿਵੇਂ ਯੂਟਿਲਾਈਜ਼ ਕਰਦੇ ਹੋ, ਦਿਨ ਨੂੰ ਕਿਸ ਤਰ੍ਹਾਂ ਉਹਦੇ ਦਿਨ ਦੇ ਵਿੱਚ ਵਿਚਰਦੇ ਹੋ, ਉਹਦੇ ਨਾਲ ਸਫਲਤਾ ਤੇ ਅਸਫਲਤਾ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ। ਕੀ ਖੱਟੀਆਂ ਮਿੱਠੀਆਂ ਯਾਦਾਂ ਬਹੁਤ ਸਾਰੀਆਂ ਨੇਗੀਆਂ ਨਾ ਅੰਦੋਲਨ ਦੀਆਂ, ਬਹੁਤ ਸਾਰਾ ਕੁਝ ਰਿਹਾ ਅੰਦੋਲਨ 'ਚ, ਬਹੁਤ ਸਾਰੇ ਰੰਗ ਸੀ, ਬਹੁਤ ਸਾਰੀਆਂ ਧਰਾਵਾਂ ਸੀ, ਬਹੁਤ ਸਾਰੇ ਧਰਮ ਸੀ, ਬਹੁਤ ਸਾਰੇ ਰਾਜ ਸੀ। ਕੀ ਸਿੱਖਿਆ? ਜੇ ਮੈਂ ਪੁੱਛਾਂ ਕਿ ਰਾਜੇਵਾਲ ਹੋਰਾਂ ਨੇ, ਬੰਦਾ ਸਿੱਖਦਾ ਰਹਿੰਦਾ ਨਾ ਸਾਰੀ ਉਮਰ, ਤੁਸੀਂ ਕੀ ਨਵਾਂ ਸਿੱਖਿਆ ਜ਼ਿੰਦਗੀ, ਜਿਹੜਾ ਇੱਥੋਂ ਤੁਹਾਨੂੰ, ਜਿਹੜਾ ਹੁਣ ਤੱਕ ਨਹੀਂ ਤੁਸੀਂ ਸਿੱਖਿਆ ਸੀ? ਬਹੁਤ ਕੁਝ ਸਿੱਖਿਆ। ਗਾਲਾਂ ਵੀ ਕੱਢਦੇ ਸੀ, ਉਹ ਸੈਣੀਆਂ ਸਿੱਖੀਆਂ, ਤੇ ਧਮਕੀਆਂ ਦਿੰਦੇ ਸੀ, ਉਹ ਵੀ ਸਿੱਖੀਆਂ। ਤੇ ਕਈ ਕੰਨਾ ਮੋਢਾ ਮਾਰਦੇ ਸੀ, ਕੋਈ ਖਿਲਾਫ ਗਰੁੱਪਿਜ਼ਮ ਕਰਨ ਦੀ, ਕੋਈ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਜਦੋਂ ਆਪਸ ਵਿੱਚ ਤੁਰਦੇ ਹੋ, ਇੱਕ ਵੱਡਾ ਗਰੁੱਪ ਤੁਰਦਾ ਹੈ, ਉਹਦੇ ਵਿੱਚ ਬਹੁਤ ਸਾਰਾ ਸਮੂਹ ਹੈ ਗਰੁੱਪਾਂ ਦਾ, ਉਹਦੇ ਵਿੱਚ ਹਰੇਕ ਦਾ ਆਪੋ ਆਪਣਾ ਸੁਭਾਅ ਹੈ, ਉਹਦੇ ਮੁਤਾਬਕ ਤੁਰਦਾ ਹੈ। ਉਹ ਸਾਰਿਆਂ ਨਾਲ ਰਲ ਕੇ ਤੁਰਨਾ ਸਿੱਖਿਆ। ਸਭ ਤੋਂ ਵੱਡੀ ਗੱਲ ਮੈਨੂੰ, ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਾ, ਮੈਂ ਡਰਦਾ ਹੁੰਦਾ ਸੀ ਵੀ ਕਮਿਊਨਿਸਟ ਤੇ ਝਗੜਾਲੂ ਨੇ, ਇਹਨਾਂ ਤੇ ਪਰੀ ਰਹੋ। ਤੇ ਪਰ ਹੁਣ ਜਦੋਂ ਵਿਚ ਰਹੇ ਹੋ, ਜਿਉਂ ਲੱਗਦੇ ਨੇ ਜੀ ਬਾਲ ਦੀ ਖੱਲ ਲਾਉਣ, ਇੱਕ ਨਿੱਕੀ ਜੀ ਗੱਲ ਰੱਖ ਦੋ, ਉਹਦੇ ਤੇ 2 ਘੰਟੇ ਬਹਿਸ ਹੋਈ ਜਾਂਦੀ ਹੈ। ਉਹ ਬਹਿਸ ਮੁੱਕਦੀ ਨਹੀਂ, ਤੁਸੀਂ ਬਿਨਾਂ ਬਹਿਸ ਤੇ ਉੱਥੇ ਛੱਡ ਕੇ ਭਾਵੇਂ ਤੁਰ ਜਾਓ, ਪਰ ਬਹਿਸ ਨਹੀਂ ਮੁੱਕਦੀ। ਪਰ ਅਖੀਰ 'ਚ ਜੇ ਅੰਦਰ ਲੜ ਲੁੜ ਕੇ ਬਾਹਰ ਨਿਕਲਦੇ ਸੀ, ਫਿਰ ਜੱਫੀਆਂ ਪਾ ਕੇ ਹੱਸ ਕੇ ਨਿਕਲਦੇ ਸੀ। ਮੈਨੂੰ ਸਮਝ ਆਈ ਵੀ ਇਹ ਤਾਂ ਬਹੁਤ ਕੰਸਟਰਕਟਿਵ ਸੁਭਾਅ ਹੈ, ਪੋਜ਼ਿਟਿਵ ਸੁਭਾਅ ਹੈ, ਜਿਹਦੇ ਵਿੱਚੋਂ ਬਹੁਤ ਕੁਝ ਚੰਗਾ ਨਿਕਲਦਾ। ਹੋਣਾ ਚਾਹੀਦਾ ਸਭ ਕੁਝ। ਪਰ
ਹਰ ਇੱਕ ਚੀਜ਼ ਨੂੰ ਫੜ ਕੇ ਬੈਠਣਾ ਇਹ ਮੈਂ ਸਮਝਦਾ ਡਰਾਬੈਕ ਵੀ ਹੈ। 70s ਜਦੋਂ ਮੂਵਮੈਂਟ ਵਿਖਰੀ ਅਲੱਗ-ਅਲੱਗ ਹੋਏ, ਸਾਰੇ ਧੜੇ ਬਣੇ, ਤੁਹਾਡੇ ਵਾਲੀ ਮੂਵਮੈਂਟ ਤੋਂ ਬਾਅਦ ਕਿਸਾਨਾਂ ਦੀਆਂ ਬਹੁਤ ਜਥੇਬੰਦੀਆਂ ਬਣੀਆਂ, ਲੈਫਟ ਦੀਆਂ ਬਣੀਆਂ, ਕੀ ਕਾਰਨ ਇਹ ਵੀ ਸੀਗੇ ਬਹੁਤ ਸਾਰੇ? ਨਹੀਂ 70s ਨਹੀਂ ਸੀ, 70s ਤੋਂ ਬਾਅਦ ਦੀਆਂ ਜਿਹੜਾ ਪੂਰਾ ਦੌਰ ਹੈਗਾ, 70s ਤਾਂ 70s ਤਾਂ ਤੁਹਾਡੀ ਵੱਡੀ ਉਹ ਹੋਈ। ਹਾਂ, ਸ਼ੁਰੂ ਹੋਇਆ ਇਹ 88 ਤੋਂ ਬਾਅਦ ਡਿਵੀਜ਼ਨ ਹੋਣੀ ਸ਼ੁਰੂ ਹੋਈ ਹੈ 88 ਚ। ਇਹਦਾ ਕਾਰਨ ਇਹ ਵੀ ਸੀਗਾ ਕਿ ਬਹੁਤ ਸਾਰੇ ਨਹੀਂ ਇਹ ਕਿਸੇ ਇੱਕ ਸੱਜਣ ਦੀ ਹਉਮੈ ਸੀ, ਉਹ ਅਸੀਂ ਸਮਝਾਇਆ ਬੜਾ ਵੀ ਨਾ ਇਦਾਂ ਕਰ, ਪ੍ਰਧਾਨ ਤੈਨੂੰ ਹੀ ਬਣਾ ਦਿੰਦੇ ਆ, ਪਰ ਉਹਨੂੰ ਲੱਗਦਾ ਸੀਗਾ ਵੀ ਮੈਂ ਡਾਂਗ ਨਾਲ ਬਣਨਾ, ਕਿਹਾ ਵੀ ਉਹਨੇ ਸਾਨੂੰ ਮੈਂ ਤਾਂ ਡਾਂਗ ਨਾਲ ਬਣਨਾ। ਅਸੀਂ ਮੁਕਾਬਲੇ ਤੇ ਡਾਂਗ ਨਹੀਂ ਚੱਕੀ, ਅਸੀਂ ਬਿਹਤਰ ਸਮਝਿਆ ਵੀ ਚਲੋ ਲਾਂਬੇ ਹੋ ਜਾਓ। ਫਿਰ ਲੋਕਾਂ ਨੇ ਸਾਨੂੰ ਘੇਰ ਲਿਆ, ਅਸੀਂ ਘਰ ਵੀ ਬੈਠ ਗਏ, ਲੋਕਾਂ ਨੇ ਘੇਰ ਲਿਆ ਕਿ ਨਹੀਂ ਸਾਡਾ ਨਹੀਂ ਸਰਦਾ ਤੁੱਤੇ ਬਿਨਾਂ। ਫਿਰ ਦੋ ਹੋ ਗਈਆਂ, ਦੋ ਤੇ ਬਾਅਦ ਫਿਰ ਉਹਨਾਂ ਦੇ ਵਿੱਚੋਂ ਨਿਕਲ ਕੇ 4 20 22 32 ਨੋ ਐਂਡ ਟੂ ਇਟ ਨਾ 32 ਤਾਂ ਫਿਰ ਕਮਿਊਨਿਸਟ ਜਥੇਬੰਦੀਆਂ ਪਾ ਕੇ ਸਾਰੀਆਂ ਬੱਤੀ ਹੋ ਗਈਆਂ ਨਾ ਹੁਣ ਤੁਹਾਡੇ। ਸਾਰੀਆਂ 32 ਹੋ ਗਈਆਂ। ਤੋ ਇਹਦੇ ਵਿੱਚ ਵੀ ਛੋਟੀਆਂ ਵੱਡੀਆਂ ਸਾਰੀਆਂ ਜਿਸ ਤਰ੍ਹਾਂ ਦੀਆਂ, ਹਰੇਕ ਦਾ ਅਲੱਗ-ਅਲੱਗ ਸਵਾਦ ਹੈ। ਜਿਵੇਂ ਤੁਸੀਂ ਪ੍ਰਸ਼ਾਦਾ ਚੱਕਦੇ ਹੋ ਕਿ ਦਾਲ ਕਿਹੋ ਜਿਹੀ ਹੈ, ਕੋਈ ਸਬਜ਼ੀ ਕਿਹੋ ਜਿਹੀ ਹੈ, ਕਿਤੇ ਤੁਸੀਂ ਮੀਟ ਖਾਂਦੇ ਹੋ, ਕਿਤੇ ਤੁਸੀਂ ਅੰਡਾ ਖਾਂਦੇ ਹੋ, ਉਹ ਹਰੇਕ ਦਾ ਟੇਸਟ ਅਲੱਗ ਹੈ। ਇਸੇ ਤਰ੍ਹਾਂ ਸੁਭਾਅ ਅਲੱਗ-ਅਲੱਗ ਨੇ ਸਾਰਿਆਂ ਦੇ, ਤੇ ਉਹਦੇ ਵਿੱਚ ਵਿਚਰਨਾ ਇਹ ਇੱਕ ਨਵੀਂ ਗੱਲ ਸਿੱਖੀ ਵੀ ਸਾਰਿਆਂ 'ਚ ਕਿਵੇਂ ਵਿਚਰਨਾ, ਕਿਵੇਂ ਦੂਜਿਆਂ ਦੀ ਗੱਲ ਬਰਦਾਸ਼ਤ ਕਿਵੇਂ ਕਰਨੀ, ਇਹ ਸਿੱਖਿਆ। ਮਾਫ ਕਰਨਾ ਤੇ ਬਰਦਾਸ਼ਤ ਕਰਨਾ ਦੋਵੇਂ ਆਇਆ ਬਹੁਤ ਅੱਛੀ ਤਰ੍ਹਾਂ। ਭਈ ਜੇ ਕੋਈ ਕੁਝ ਕਹਿੰਦਾ ਉਹਦਾ ਗੁੱਸਾ ਨਾ ਕਰੋ, ਫਿਰ ਜੇ ਗੁੱਸੇ 'ਚ ਆ ਗਏ ਤੁਸੀਂ ਆਪਣੀ ਗੱਲ ਤੋਂ ਥਿੜਕ ਜਾਓਗੇ। ਗੁੱਸਾ ਹਮੇਸ਼ਾ ਗਾਲਾ ਹੁੰਦਾ ਹੈ, ਉਹ ਨੁਕਸਾਨਦੇਹ ਹੁੰਦਾ ਹੈ, ਤੇ ਜੇ ਤੁਸੀਂ ਉਹਨੂੰ ਗੁੱਸਾ ਭੁਲਾਉਣਾ ਸਿੱਖ ਲਓ ਤਾਂ ਇਹ ਆਪਣੇ ਆਪ ਵਿੱਚ ਇੱਕ ਆਨੰਦਮਈ ਚੀਜ਼ ਬਣ ਜਾਂਦੀ ਹੈ। 10-12 ਸਾਲ ਮੈਨੂੰ ਹੋ ਗਏ ਤੁਹਾਨੂੰ ਕਵਰ ਕਰਦਿਆਂ ਨੂੰ। ਤੁਹਾਡੇ ਯਾਦ ਹੈ ਇੱਕ ਵਾਰ ਮੈਂ ਤੁਹਾਨੂੰ ਸੀਐਮ ਹਾਊਸ ਦੇ ਬਾਹਰ ਇੱਕ ਇੰਟਰਵਿਊ ਕੀਤਾ ਤੁਹਾਡਾ? ਹਾਂ ਮੈਨੂੰ ਯਾਦ ਹੈ, ਤਿੱਖਾ ਇੰਟਰਵਿਊ ਹੋਇਆ ਸੀ, ਤਿੱਖਾ ਇੰਟਰਵਿਊ ਸੀ। ਸੀਐਮ ਲੈਫਟ ਵਾਲੀ ਗੱਲ ਉਹਦੇ 'ਚ ਵੀ ਆਈ ਸੀਗੀ ਵੀ ਨਿਕਲਦੇ ਹੀ ਕਿ ਜਗੀਰ, ਉਹ ਤਾਂ ਜਗੀਰਦਾਰਾਂ ਨੂੰ ਮਾਰਨ ਨੂੰ ਫਿਰਦੇ ਨੇ, ਉਹ ਤਾਂ ਤੁਸੀਂ ਹੈ ਨਾ ਕਿਹਾ। ਹਾਂ ਬਿਲਕੁਲ, ਤੁਸੀਂ ਬਿਲਕੁਲ ਬਾਹਰ ਨਿਕਲਦੇ ਨੂੰ ਕਹਿ ਰਹੇ। ਕਰਕੇ ਪੁੱਛਦਾ ਤਾਂ ਇਸ ਗੱਲ ਤੇ ਆਇਆ ਹੈਗਾ ਕਿ 10-12 ਸਾਲ ਦਾ ਮੈਂ ਤੁਹਾਨੂੰ ਕਵਰ ਕਰ ਰਿਹਾ ਹੈਗਾ, 15 ਸਾਲ ਮੈਨੂੰ ਪੱਤਰਕਾਰੀ ਕਰਦੇ ਨੇ ਹੋ ਗਏ, ਤੇ ਤੁਹਾਨੂੰ ਇਮੈਜਿਨ ਕੀਤਾ ਸੀ ਤੁਸੀਂ ਕਿ ਜਿਹੜੀ ਤੁਹਾਡਾ ਉਮਰ ਦਾ ਆਖਰੀ ਫੇਜ਼ ਆ ਉਹ ਐਡਾ ਜ਼ਿਆਦਾ ਇਸ ਲੈਵਲ ਤੇ ਜਾਊਗਾ? ਕਦੇ ਇਮੈਜਿਨੇਸ਼ਨ ਸੀਗਾ? ਕਿਉਂਕਿ ਹੁਣ ਤੇ ਨਾਰਮਲ ਪੋਲਿਟਿਕਸ ਤੁਸੀਂ ਸਾਰੇ ਕਰ ਰਹੇ, ਸਾਰੀਆਂ ਜਥੇਬੰਦੀਆਂ ਹੀ, ਪਰ ਜਿਸ ਲੈਵਲ ਤੇ ਤੁਹਾਡਾ ਕੱਦ ਖੜਾ ਹੋਇਆ ਇਸ ਅੰਦੋਲਨ ਦੇ ਅੰਦਰ, ਮਤਲਬ ਰਾਜੇਵਾਲ ਹੋ ਗਈ, ਕਿਹਾ ਗਿਆ ਕਿ ਆਈਡੀਓਲੌਗ ਤੁਸੀਂ ਇਸ ਅੰਦੋਲਨ ਦੇ, ਹਨਾ, ਮਤਲਬ ਸਾਰਿਆਂ ਨੇ ਤੁਹਾਨੂੰ ਲੀਡਰ ਮੰਨਿਆ ਜਿਹੜੇ ਤੁਹਾਡੇ ਵਿਰੋਧੀ ਵੀ ਸੀਗੇ। ਨਹੀਂ ਏਦਾਂ ਨਹੀਂ ਮੈਂ ਕਦੇ ਸੋਚਿਆ, ਮੈਂ ਇਸ ਤਰ੍ਹਾਂ ਨਹੀਂ ਕਦੇ ਸੋਚਿਆ। ਮੈਂ ਸਿਰਫ ਆਪਣੇ ਕੰਮ ਤੱਕ ਸੋਚਿਆ। ਕੰਮ ਦੇ ਵਿੱਚੋਂ ਅਕਾਲ ਪੁਰਖ ਕੀ ਤੁਹਾਨੂੰ ਦਰਜਾ ਦਿੰਦਾ ਹੈ ਇਹ ਉਹਦੇ ਹੱਥ ਹੈ, ਆਪਣੇ ਹੱਥ ਨਹੀਂ। ਮੇਰੇ 'ਚ ਕਮੀਆਂ ਬਹੁਤ ਨੇ। ਹਾਂ ਇੱਕ ਜ਼ਰੂਰ ਮੈਨੂੰ ਯਾਦ ਰਹਿੰਦੀ ਹੈ ਸਾਰੀ ਉਮਰ ਇੱਕ ਫਾਰਮੂਲਾ। ਮੇਰੇ ਇੱਕ ਰਿਸ਼ਤੇਦਾਰ ਨੇ, ਕਜ਼ਨ ਨੇ, ਆਰਮੀ ਅਫਸਰ ਰਹੇ, ਉਹਨਾਂ ਨੇ ਮੈਨੂੰ ਇੱਕ ਵਾਰੀ ਜਦੋਂ ਮੈਂ ਪਬਲਿਕ ਲਾਈਫ 'ਚ ਤੁਰਿਆ ਉਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਬਹੁਤ ਪਹਿਲਾਂ ਡਿਸਕਰੇਜ ਕੀਤਾ। ਰਾਤ ਨੂੰ ਮੈਨੂੰ ਅੱਧੀ ਰਾਤ ਹੀ ਮੇਰੇ ਤੋਂ ਵੱਡੇ ਸੀ, ਤੂੰ ਕਿਹੜੇ ਰਾਹ ਤੁਰ ਪਿਆ, ਤੂੰ ਆਪਣੇ ਨਿਆਣੇ ਪਾਲ, ਕੀ ਕਰਦਾ ਤੂੰ? ਸਵੇਰੇ ਚਾਹ ਲਈ ਆਉਂਦੇ ਨੇ, ਨਾਲੇ ਮੈਨੂੰ ਕਹਿੰਦੇ ਮੈਨੂੰ ਪਤਾ ਹੁਣ ਤੂੰ ਹਟਣਾ ਨਹੀਂ, ਬਣਦਾ ਤੇਰੇ ਕਿਤੇ ਕੰਮ ਆਉਣਗੀਆਂ। ਮੈਂ ਕਿਹਾ ਜੀ ਦੱਸੋ? ਕਹਿੰਦਾ ਇੱਕ ਤਾਂ ਇਹ ਬਈ ਸ਼ਾਮ ਨੂੰ 5-7 ਮਿੰਟ ਜ਼ਰੂਰ ਕੱਢ ਲੈ ਸੌਣ ਤੋਂ ਪਹਿਲਾਂ, ਇਹ ਸੋਚਣ ਵਾਸਤੇ ਵੀ ਸਾਰਾ ਦਿਨ ਕਿਹੜੇ ਲੋਕਾਂ ਨੂੰ ਮਿਲਿਆ। ਮੈਂ ਕਿਸੇ ਦਾ ਬੁਰਾ ਤਾਂ ਨਹੀਂ ਕੀਤਾ, ਬੁਰਾ ਕੀਤਾ ਇਹ ਗਲਤੀ ਨਹੀਂ ਕਰਨੀ। ਜੇ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਨੇ, ਇਲਜ਼ਾਮ ਲਾਉਂਦੇ ਨੇ, ਕੀ ਲਾਉਂਦੇ ਨੇ, ਉਹਨਾਂ ਵਿੱਚ ਕਿੰਨੀ ਕੁ ਸੱਚਾਈ ਹੈ? ਜੇ ਸੱਚਾਈ ਹੈ ਤਾਂ ਆਪਣੇ ਆਪ ਸੁਧਾਰ ਕਰੋ, ਜੇ ਨਹੀਂ ਸੱਚਾਈ ਤਾਂ ਪ੍ਰਵਾਹ ਨਹੀਂ ਕਰਨੀ। ਕੁੱਤੇ ਭੌਂਕਦੇ ਹੁੰਦੇ ਨੇ, ਹਾਥੀ ਤੁਰੇ ਜਾਂਦੇ ਨੇ, ਫਿਰ ਇਹ ਫਾਰਮੂਲਾ ਬਣਾਓ। ਤਾਂ ਮੈਂ ਇਹ ਆਪਣੇ ਆਪ ਵਿੱਚ ਇੱਕ ਤਾਂ ਇਹ ਫਾਰਮੂਲਾ ਅਡਾਪਟ ਕੀਤਾ। ਦੂਜਾ ਮੈਨੂੰ ਉਹਨਾਂ ਨੇ ਕਿਹਾ ਵੀ ਤੇਰੇ ਕੋਲ ਲੋਕੀ ਆਇਆ ਕਰਨਗੇ ਜੇ ਤੂੰ ਪਬਲਿਕ ਲਾਈਫ 'ਚ ਹੋਏਗਾ, ਉਹ ਕੰਮ ਨੂੰ ਕਿਹਾ ਕਰਨਗੇ, ਕਿਸੇ ਦੀ ਜੇਬ ਵੱਲ ਦੇਖ ਕੇ ਕੰਮ ਨੂੰ ਨਹੀਂ ਜਾਣਾ। ਇਹ ਨਹੀਂ ਵੀ ਮੇਰਾ ਖਰਚਾ ਇਹ ਬੇਅਰ ਕਰੂ। ਜੇ ਤੇਰੀ ਜੇਬ ਇਜਾਜ਼ਤ ਦਿੰਦੀ ਹੈ ਤਾਂ ਜਾਈ, ਨਹੀਂ ਤੈਨੂੰ ਕੋਈ ਜ਼ਰੂਰੀ ਨਹੀਂ ਵੀ ਤੂੰ ਪੈਸੇ ਕਿਸੇ ਦੇ ਖਰਚਾ ਕੇ ਉਹਦੇ ਕੰਮ ਜਾਣਾ। ਜੇ ਕਿਤੇ ਇਹ ਰਾਹ ਤੁਰ ਪਿਆ ਤਾਂ ਯਾਦ ਰੱਖੀ ਕਿਸੇ ਕੰਮ ਨੂੰ 10 ਗੇੜੇ ਲੱਗ ਸਕਦੇ ਨੇ, 20 ਲੱਗ ਸਕਦੇ ਨੇ, ਉਹਨਾਂ ਦਾ ਖਰਚਾ ਉਸ ਬੰਦੇ ਦਾ ਹਜ਼ਾਰਾਂ 'ਚ, ਉਦੋਂ ਹਜ਼ਾਰਾਂ ਬਹੁਤ ਹੁੰਦੇ ਸੀ, ਹਜ਼ਾਰਾਂ 'ਚ ਹੋ ਗਿਆ। ਜੇ ਕੰਮ ਨਾ ਹੋਇਆ ਉਹਨੇ ਗਾਲਾਂ ਕੁਇੰਟਲ ਦੀਆਂ ਕੱਢਣੀਆਂ ਨੇ। ਇਸ ਕਰਕੇ ਆਪਣੀ ਜੇਬ ਦੇਖ ਕੇ ਜੇ ਤੂੰ ਖਰਚਾ ਆਪਣਾ ਆਪ ਚੱਕ ਸਕਦਾ, ਸਗੋਂ ਦੂਸਰੇ ਬੰਦੇ ਦਾ ਵੀ ਚੱਕ ਸਕਦਾ, ਤਾਂ ਇਸ ਕੰਮ 'ਚ ਪਈ। ਔਰ ਮੈਂ ਇਹ ਦੋਨੋਂ ਗੱਲਾਂ ਤੇ ਸਾਰੀ ਉਮਰ ਪਹਿਰਾ ਦਿੱਤਾ। ਮੈਨੂੰ ਕੋਈ ਸੱਜਣ ਇਹ ਨਹੀਂ ਕਹਿ ਸਕਦਾ ਜੇ ਮੈਂ ਕਿਸੇ ਦੇ ਨਾਲ ਗਿਆ, ਕਿਸੇ ਤੇ ਪਾਣੀ ਵੀ ਨਹੀਂ ਪੀਤਾ, ਉਹਦਾ ਰੋਟੀ ਦਾ ਬਿੱਲ ਮੈਂ ਦਿੰਨਾ,
ਮੈਂ ਕਿਸੇ ਨੂੰ ਜੇ ਰੋਟੀ ਖਾਣੀ ਪੈ ਗਈ ਕਿਸੇ ਨੂੰ ਪੈਸੇ ਨਹੀਂ ਦੇਣ ਦਿੱਤੇ। ਇਹ ਸਾਰੀ ਉਮਰ ਮੇਰਾ ਇਹ ਅਸੂਲ ਰਿਹਾ। ਇਹਨੇ ਮੈਨੂੰ ਪੇ ਕੀਤਾ, ਮੇਰੇ ਤੇ ਕੋਈ ਕਿਸੇ ਦਾ ਅਹਿਸਾਨ ਨਹੀਂ ਕੰਮ ਹੋਇਆ ਤਾਂ ਠੀਕ ਨਹੀਂ ਹੋਇਆ, ਪਰ ਮੈਂ ਉਹਦੀ ਜੇਬ ਨਹੀਂ ਢਿੱਲੀ ਕਰਾਈ ਕਿਸੇ ਦੀ। ਔਰ ਮੈਂ ਕਰਪਸ਼ਨ ਦੇ ਰਾਹ ਕਦੇ ਪਿਆ ਹੀ ਨਹੀਂ। ਜੇ ਕੰਮ ਹੋ ਗਿਆ ਤਾਂ ਠੀਕ ਹੈ, ਨਹੀਂ ਉਹਨੂੰ ਕਹਿਤਾ ਮਿੱਤਰਾ ਆ ਕਰਪਸ਼ਨ ਵਾਲਾ ਕੰਮ ਹੈ, ਮੈਂ ਜੋੜੇ ਹੱਥ, ਮੈਂ ਨਹੀਂ ਇਹ ਰਾਹ ਪੈਣਾ, ਤੂੰ ਆਪਣਾ ਦੇਖਦਾ ਰਹਿ। ਪਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਅੰਦੋਲਨ ਦੇ ਚੱਲਦਿਆਂ ਕਿ ਤੁਸੀਂ ਲਾਰਜਰ ਦੈਨ ਲਾਈਫ ਵਾਲੀ ਜਿਹੜੀ ਹੁੰਦੀ ਹੈ ਨਾ, ਕਿ ਤੁਹਾਡਾ ਸੰਘਰਸ਼ ਤਾਂ ਬਹੁਤ ਆ। ਮੈਨੂੰ ਪਤਾ ਤੁਸੀਂ IAS IPS ਨੂੰ ਵੀ ਪੜ੍ਹਾਉਂਦੇ ਰਹੇ ਹੋ, ਮਸੂਰੀ ਜਾ ਕੇ ਬਹੁਤ ਸਾਰੀ ਤੁਹਾਡੀ ਹਨਾ ਕਾਲਜ ਵੀ ਚਲਾਇਆ, ਪਰ ਜਿਹੜੀ ਮੈਂ ਕਹਿੰਦਾ ਕਿ ਇਮੈਜੀਨੇਸ਼ਨ ਤੁਹਾਡੇ ਕਿਤੇ ਸੀ ਕਿ ਜਿਹੜਾ ਇਸ ਅੰਦੋਲਨ ਨੇ ਜਿੱਥੇ ਤੁਹਾਨੂੰ ਲਿਆ ਕੇ ਖੜਾ ਕਰਦਾ, ਜਿਹੜੇ ਇਤਿਹਾਸਕ ਮੋੜ ਤੇ ਕਹਿਦਾ ਮੈਂ, ਜਾਂ ਇਤਿਹਾਸ ਦੇ ਸਫ਼ਿਆਂ 'ਚ ਵੀ ਤੁਸੀਂ ਦਰਜ ਹੋਗੇ, ਯੂਨੀਵਰਸਿਟੀ ਨੇ ਜਿਵੇਂ ਕਿਹਾ ਸੀ ਇਤਿਹਾਸ ਲਿਖ ਰਹੇ ਹਾਂ। ਨਹੀਂ, ਇਸ ਤਰ੍ਹਾਂ ਨਹੀਂ। ਤੁਸੀਂ ਜਦੋਂ ਚੱਲਦੇ ਹੋ ਤੁਸੀਂ ਆਪਣਾ ਕੰਮ ਆਪਣੀ ਮਸਤ ਚਾਲ ਅੱਖਾਂ ਖੋਲ ਕੇ ਤੁਰੇ ਰਹੋ, ਕਰਦੇ ਰਹੋ, ਤਾਂ ਕਿੱਥੇ ਪਹੁੰਚਦੇ ਹੋ ਉਹ ਸਫਲਤਾ ਵਾਲੇ ਪਾਸੇ ਪਹੁੰਚੋਗੇ। ਜਦੋਂ ਸਫਲਤਾ ਹੋਗੀ ਨੇਚਰ ਤੁਹਾਨੂੰ ਆਪਣੇ ਆਪ ਲੈ ਜਾਏਗੀ ਅੱਗੇ, ਨੇਚਰ ਤੁਹਾਡਾ ਸਟੇਟਸ ਬਣਾਏਗੀ, ਤੁਸੀਂ ਨਹੀਂ ਬਣਾ ਸਕਦੇ। ਫਿਰ ਕੁਦਰਤ ਜੇ ਤੋਂ ਤੇ ਗਲਤੀ ਕਰਾਤੀ ਉਹਨੇ ਇੱਕ, ਤਾਂ ਫਿਰ ਗਾਲਾਂ ਵੀ ਬਹੁਤ ਪੈਂਦੀਆਂ। ਜੇ ਮੈਨੂੰ ਇਹ ਚੰਗੀ ਤਰ੍ਹਾਂ ਪਤਾ, ਮੈਂ ਆਪਣੇ ਸਾਥੀਆਂ ਨੂੰ ਕਹਿੰਦਾ ਸੀ ਨਾ ਪੋਲੀਟੀਕਲ ਗੱਲਾਂ ਕਰੋ, ਜੇ ਮੋਰਚਾ ਹਾਰ ਗਏ ਗਾਲਾਂ ਖਾਣੀਆਂ ਲੋਕਾਂ ਦੀਆਂ, ਫਿਰ ਦੇਖੋ ਤੁਹਾਨੂੰ ਰਾਹ ਨਹੀਂ ਲੱਭਣਾ। ਅੱਜ ਤਾਂ ਮੋਰਚਾ ਜਿੱਤ ਦੀ ਖੁਸ਼ੀ ਮਨਾਉਂਦੇ ਆ ਨਾ, ਹਾਲੇ ਵੀ ਇਹਦੇ ਵਿੱਚ ਬਹੁਤ ਕੁਛ ਹੈ ਜਿਹੜਾ ਅਸੀਂ ਘੋਖਣਾ ਹੈ। ਪਰ ਜੇ ਬਿਨਾਂ ਪਾਣੀ ਤੋਂ ਮੋਜੇ ਖੋਲੀ ਜਾਂਦੇ ਤੇ ਮੋਰਚਾ ਜਾਂਦੇ ਹਾਰ, ਕਿਸੇ ਨੇ ਬਖਸ਼ਣਾ ਸੀ? ਆਹੀ ਜਿਹੜਾ ਤੁਸੀਂ ਅੱਜ ਸਟੇਟਸ ਦੀ ਗੱਲ ਕਰਦੇ ਹੋ, ਸਟੇਟਸ ਲੱਭਣਾ ਵੀ ਨਹੀਂ ਸੀ, ਕਿਤੇ ਮਿੱਟੀ 'ਚ ਮਿਲ ਜਾਂਦੇ। ਤਾਂ ਇਹ ਪਤਾ ਨਹੀਂ ਕੁਦਰਤ ਦੇ ਹੱਥ ਹੈ ਸਾਰਾ ਕੁਝ। ਗੱਲ ਚੱਲਦੀ ਹੁੰਦੀ ਸੀ ਜਿਹੜੀ ਸੂਚਨਾ ਸਾਡੇ ਕੋਲ ਵੀ ਇੱਧਰ ਉੱਧਰ ਦੀ ਆ ਜਾਂਦੀਆਂ ਸੀ ਜੀ, ਇੱਕ ਬਿੱਲ ਰੱਦ ਹੋ ਜਾਣਾ, ਇੱਕ ਸਟੇਟ ਤੇ ਛੱਡ ਦੇਣਾ, ਇੱਕ ਬਿੱਲ ਆ ਜਿਹੜਾ ਹਨਾ, ਜਾਂ ਦੋ ਬਿੱਲਾਂ ਦੀ ਚੱਲਦੀ ਸੀ। ਇੱਕਦਮ ਹੀ ਜਿਹੜਾ ਇਹ ਗੱਲ ਹੋਈ ਹੈ ਨਾ, ਪਹਿਲਾਂ ਚਰਚਾ ਚੱਲਦੀ ਹੁੰਦੀ ਸੀ ਇਸ ਤਰ੍ਹਾਂ ਦੀ, ਕੀ ਮਤਲਬ ਇਹ ਇਮੈਜੀਨੇਸ਼ਨ ਸੀ ਤੁਹਾਡੀ ਵੀ ਤਿੰਨੇ ਬਿੱਲਾਂ ਗੱਲ ਤੁਹਾਨੂੰ ਲੱਗਦਾ ਸੀ ਵਿੱਚ ਵਿਚਾਲਾ ਜਾਂ ਕੁਝ ਕਰਨਗੇ? ਜਾਂ ਗੱਲ ਸਮਝੋ ਕੀ ਸੀ, ਸਰਕਾਰ ਵੱਲੋਂ ਕਈ ਟੀਮਾਂ ਬਣਾਈਆਂ ਗਈਆਂ, ਮੌਕੇ ਬੇਮੌਕੇ ਬਿਹਾਈਂਡ ਦਾ ਡੋਰ ਚੱਲਦੀਆਂ ਹੁੰਦੀਆਂ ਨੇ ਐਜੀਟੇਸ਼ਨਾਂ ਦੇ ਵਿੱਚ। ਵੱਡੀ ਐਜੀਟੇਸ਼ਨ ਸੀ ਉਹ। ਕਦੀ ਇੱਕ ਮੇਰੀ ਆਦਤ ਰਹੀ, ਮੈਂ ਜਾਣ ਬੁੱਝ ਕੇ ਸਾਰੀ ਗੱਲ ਸਾਰਿਆਂ ਦੇ ਵਿੱਚ ਫੈਲ ਜੇ, ਉਹਨੂੰ ਮੈਂ ਦੇਖਾਂ ਉਹਨਾਂ ਦਾ ਰਿਐਕਸ਼ਨ ਕੀ ਹੈ, ਤੇ ਜੋ ਕੁਝ ਆਉਂਦਾ ਸੀ ਮੈਂ ਉਹਨਾਂ 'ਚ ਛੱਡ ਦਿੰਦਾ ਸੀ ਵੀ ਭਾਈ ਜੋ ਆਹ ਕਹਿ ਕੇ ਗਏ ਆ ਵੀ ਇੱਕ ਅਸੀਂ ਮਾਫ ਕਰ ਦਿੰਦੇ ਹਾਂ। ਤੇ ਮੈਂ ਉਹਨਾਂ ਦਾ ਰਿਐਕਸ਼ਨ ਮੈਂ ਦੇਖਦਾ ਸੀ ਵੀ ਕੀ ਸਮਝਦੇ ਆ, ਤੇ ਖੁਸ਼ ਨੇ ਕਿ ਨਹੀਂ। ਫਿਰ ਦੂਜੀ ਵਾਰੀ ਉਹ ਦੋ ਕਹਿੰਦੇ ਨੇ, ਫਿਰ ਉਹ ਹੁਣ ਤੁਹਾਨੂੰ ਉਹ ਕਹਿੰਦੇ ਨੇ ਇਹਦੇ ਵਿੱਚ ਆਹ ਕਰ ਦਿੰਦੇ ਆ। ਉਹ ਗੱਲ ਜਾਣ ਬੁੱਝ ਕੇ ਜਿਹੜੀ ਹੋਇਆ ਕਰਦੀ ਸੀ, ਜਿਹੜੀ ਪਿੱਛੇ ਬਿਹਾਈਂਡ ਦਾ ਕਰਟਨ ਹੁੰਦੀ ਸੀ, ਉਹ ਸਾਰਿਆਂ ਦੇ ਵਿੱਚ ਛੱਡ ਦਿੰਦੇ ਸੀ। ਮੈਂ ਬੜਾ ਆਪਣੇ ਆਪ ਨੂੰ ਖੁੱਲੀ ਕਿਤਾਬ ਵਾਂਗ ਰੱਖਿਆ। ਇੱਕ ਤਾਂ ਮੈਂ ਕਦੇ ਇਕੱਲਾ ਕਿਸੇ ਨੂੰ ਮਿਲਣ ਨਹੀਂ ਜਾਂਦਾ। ਕੋਈ ਪ੍ਰਧਾਨ ਮੰਤਰੀ ਵੀ ਮੈਨੂੰ ਕਹੇ ਵੀ ਇਕੱਲਾ ਆ ਜਾ, ਆਈ ਵੋਂਟ ਗੋ, ਮੈਂ ਨਹੀਂ ਜਾਂਦਾ, ਕਿਉਂਕਿ ਪਤਾ ਹੈ ਮੈਨੂੰ ਪਤਾ ਨਹੀਂ ਕਿੰਨੀਆਂ ਲੱਖ ਅੱਖਾਂ ਦੇਖ ਰਹੀਆਂ ਨੇ, ਇਹ ਛੁਪਿਆ ਨਹੀਂ ਰਹਿਣਾ। ਮੈਂ ਜਿੰਨਾ ਮਰਜ਼ੀ ਇਮਾਨਦਾਰੀ ਨਾਲ ਜਾ ਕੇ ਮਿਲਾਂ, ਜਿਹੜੇ ਮੇਰੇ ਵਿਰੋਧੀ ਨੇ ਉਹਨਾਂ ਨੂੰ ਕੋਈ ਨਾ ਕੋਈ ਲਾ ਦੇਣਾ, ਲਾਂਛਣ ਲਾ ਦੇਣਾ। ਤੇ ਮੈਂ ਹਮੇਸ਼ਾ 2-4 ਸੱਜਣ ਨਾਲ ਲੈ ਕੇ ਜਾਣਾ, ਸਾਥੀਆਂ ਨੂੰ ਨਾਲ ਵੀ ਮੇਰੇ ਨਾਲ ਚੱਲੋ, ਜੋ ਗੱਲ ਹੋ ਉਹਨਾਂ ਦੇ ਸਾਹਮਣੇ ਹੋ। ਜੇ ਉੱਥੇ ਵੀ ਬੈਠੇ ਕੋਈ ਕਹੇ ਮੈਨੂੰ ਕੋਈ ਮੰਤਰੀ ਜਾਂ ਕੋਈ ਮੰਤਰੀ ਸੰਤਰੀ ਵੀ ਉਧਰ ਆਪਾਂ ਗੱਲ ਕਰ ਲਈਏ, ਮੈਂ ਕਹਿੰਦਾ ਨਹੀਂ ਇੱਥੇ ਹੀ ਕਰ ਲੈ। ਮੈਂ ਆਪਣੇ ਆਪ ਨੂੰ ਇਸ ਗੱਲੋਂ ਬਚਾ ਕੇ ਰੱਖਿਆ। ਤੇ ਇਹ ਸਾਰੀਆਂ ਗੱਲਾਂ ਆਉਂਦੀਆਂ ਹੁੰਦੀਆਂ ਸੀ, ਉਹ ਫਿਰ ਚਰਚਾ ਦਾ ਵਿਸ਼ਾ ਹੁੰਦੀਆਂ ਸੀ। ਫਿਰ ਲੋਕੀ ਕਿੰਨੀ ਕੁ ਜਜ਼ਬ ਕਰਦੇ ਨੇ, ਗੱਲ ਆਪਣੇ ਕੋਲ ਰੱਖਦੇ ਨੇ ਜਾਂ ਬਾਹਰ ਫੈਲਾ ਦਿੰਦੇ ਨੇ। ਆਮ ਤੌਰ ਤੇ ਲੋਕ ਬਾਹਰ ਫੈਲਾ ਦਿੰਦੇ ਨੇ, ਉਹ ਗੱਲਾਂ ਫਿਰ ਤੁਹਾਡੇ ਕੋਲ ਆਉਂਦੀਆਂ ਸੀਗੀਆਂ, ਤੁਸੀਂ ਅੱਗੇ ਲੋਕਾਂ ਵਿੱਚ ਲੈ ਜਾਂਦੇ ਸੀ। ਅਸਲ ਵਿੱਚ ਉਹਦੇ ਵਿੱਚ ਇੰਨਾ ਨਾ ਬਹੁਤਾ ਝੂਠ ਹੁੰਦਾ ਸੀ, ਕਿਸੇ ਹੱਦ ਤੱਕ ਸੱਚਾਈ ਹੁੰਦੀ ਸੀ, ਤੇ ਨਾ ਇਹ ਸੀ ਵੀ ਉਹ ਫਾਈਨਲ ਹੁੰਦੀਆਂ ਸੀ। ਵਾਰ ਤਾਂ ਮੈਂ ਇਸ ਤਰ੍ਹਾਂ ਦੇ ਸੋਰਸਸ ਦੇ ਹਵਾਲੇ ਨਾਲ ਇੱਕ ਪ੍ਰੋਗਰਾਮ ਕੀਤਾ, ਮੈਨੂੰ ਵੀ ਫੋਨ ਆ ਗਿਆ ਤੁਹਾਡੇ ਲੀਡਰਾਂ ਦੇ, ਕਹਿੰਦੇ ਅਸੀਂ ਤੁਹਾਡੀ ਮੀਟਿੰਗ 'ਚ ਦੇਖ ਇਹ ਗੱਲ ਚਰਚਾ ਵੀ ਜੋ ਤੁਸੀਂ ਕਿਹਾ ਹੈਗਾ, ਇਹ ਜਿਹੜੀ ਤੁਹਾਡੀ ਚਰਚਾ ਬਹੁਤ ਸਾਰੀ, ਕਿਉਂਕਿ ਇੱਕ ਪਲੇਟਫਾਰਮ ਤੇ ਚੱਲ ਨਹੀਂ ਰਹੀ ਸੀ, ਅਦਰ ਪਲੇਟਫਾਰਮ ਤੇ ਵੀ ਚੱਲਦੀਆਂ ਸੀ ਗੱਲਾਂ, ਸਾਰਾ ਕੁਝ ਚੱਲਦਾ ਸੀ। ਰਾਜਾ ਸਾਹਿਬ, ਅੰਦੋਲਨ ਦਾ ਸਾਲ ਹੋ ਗਿਆ, ਬਹੁਤ ਸਾਰਾ ਕੁਝ ਤੁਸੀਂ ਦੇਖਿਆ, ਕਿਸੇ ਗੱਲ ਦਾ ਦੁੱਖ ਹੈ ਤੁਹਾਨੂੰ? ਕਿਸੇ ਵੀ ਗੱਲ ਦਾ ਤੁਹਾਨੂੰ ਲੱਗਦਾ ਹੋਵੇ ਯਾਰ ਆਹ ਬੋਲਿਆ ਗਿਆ, ਨਹੀਂ ਬੋਲਿਆ ਜਾਣਾ ਚਾਹੀਦਾ ਸੀ, ਜਾਂ ਕੁਝ ਵੀ ਤੁਹਾਨੂੰ ਲੱਗਦਾ ਹੋਵੇ ਜਿਹੜਾ, ਜਾਂ ਕਦੇ ਵਿਦ ਇਨ ਮੀਟਿੰਗ ਜਿਹਦਾ ਤੁਸੀਂ ਮਤਲਬ ਪਰਸਨਲੀ ਨਹੀਂ ਜ਼ਿਕਰ ਕਰਨਾ ਚਾਹੁੰਦੇ, ਜਨਰਲੀ ਕਰਨਾ ਚਾਹੁੰਦੇ ਹੋ? ਨਹੀਂ, ਮੈਂ ਇੰਨਾ ਕੋਈ ਬਹੁਤਾ ਧਿਆਨ ਨਹੀਂ ਕੀਤਾ ਕੋਈ ਨਾ। ਮੈਨੂੰ ਤਾਂ ਸਿਰਫ ਮੈਂ ਜਿਹੜੀ ਪਹਿਲਾਂ ਬੇਨਤੀ ਕੀਤੀ ਵੀ ਮੈਨੂੰ ਸਿਰਫ ਮੋਰਚੇ ਤੱਕ ਮੈਂ ਸੀਮਿਤ ਰਹਿੰਦਾ ਸੀ। ਕਿਸੇ ਨੇ ਕੁਝ ਕਹਿ ਦਿੱਤਾ ਜਾਂ ਮੇਰੇ ਕੋਲੋਂ ਵੀ ਕਿਸੇ ਨੂੰ ਕੁਝ ਕਿਹਾ ਗਿਆ, ਮੈਂ ਉਹਨੂੰ ਫਿਰ ਸਾਂਭ ਕੇ ਨਹੀਂ ਰੱਖਦਾ ਵੀ ਮੈਂ ਆਪਣੇ ਮਨ 'ਚ
ਕੁੜੀ ਜਾਵਾਂ ਮੈਂ ਇਹਨੂੰ ਆ ਕਹਿਤਾ ਮੇਰੀ ਇਹਦੇ ਨਾਲ ਦੁਸ਼ਮਣੀ ਹੋ ਗਈ, ਮੈਨੂੰ ਦੁਸ਼ਮਣੀ ਪਾਲਾ, ਮੈਂ ਨਹੀਂ ਪਾਲਦਾ ਦੁਸ਼ਮਣੀ। ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਜਿਹੜਾ ਮੈਨੂੰ ਗਾਲਾਂ ਵੀ ਕੱਢਦਾ ਉਹ ਮੈਨੂੰ ਇੱਕ ਇਨਸਾਨ ਲੱਗਦਾ, ਮੈਂ ਉਹਨੂੰ ਇਦੋਂ ਵੱਧ ਕੁਝ ਨਹੀਂ ਦੇਖਦਾ। ਤਾਂ ਠੀਕ ਹੈ, ਚੱਲੀ ਜਾਂਦੀ ਹੈ ਜ਼ਿੰਦਗੀ। ਬੁੱਧ ਨੇ ਕਿਹਾ ਸੀਗਾ ਕਿ ਜਿਹੜਾ ਤੁਹਾਨੂੰ ਗਾਲ ਕੱਢਦਾ ਜਾ ਕੇ ਉਹਨੂੰ ਵਾਪਸ ਲੱਗ ਜਾਏਗੀ, ਤੁਸੀਂ ਨਾ ਬੋਲੋ ਤੇ। ਹਾਂ ਨਹੀਂ, ਬਸ ਟਲ ਜਾਈਦਾ। ਧੰਨਵਾਦ ਰਾਜੋਲ ਸਾਹਿਬ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੁਬਾਰਾ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਰੇ ਅੰਦੋਲਨ ਨੂੰ ਜਿਸ ਸ਼ਿੱਦਤ ਨਾਲ, ਜਿਸ ਇਮਾਨਦਾਰੀ ਨਾਲ, ਜਿਸ ਤਰ੍ਹਾਂ ਨਾਲ ਜੁੜ ਕੇ ਅੰਦੋਲਨ ਨੂੰ ਕਵਰ ਕੀਤਾ, ਇਹ ਆਪਣੇ ਆਪ ਵਿੱਚ ਇੱਕ ਤੁਹਾਡਾ ਧੰਨਵਾਦ ਕਰਨਾ ਬਣਦਾ ਇਹਦੇ ਲਈ, ਔਰ ਇਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ ਰਾਜਲ ਸਾਹਿਬ। ਤਾਂ ਇਹ ਸਨ ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਨੇ ਸਾਰੀਆਂ ਹੀ ਗੱਲਾਂ ਦੇ ਜਵਾਬ ਦਿੱਤੇ, ਔਰ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਸਿਰਫ ਬਿਆਨਾਂ ਤੇ ਯਕੀਨ ਨਹੀਂ ਕਰਦੇ, ਅਮਲ ਤੇ ਯਕੀਨ ਕਰਾਂਗੇ। ਉਹਨਾਂ ਦਾ ਕਹਿਣਾ ਕਿ ਅਮਲ 'ਚ ਜਲਦੀ ਆਉਣਾ ਚਾਹੀਦਾ ਹੈ। ਜਦੋਂ ਅਮਲ 'ਚ ਆਏਗਾ ਉਦੋਂ ਹੀ ਅਸੀਂ ਇੱਥੋਂ ਉੱਠ ਕੇ ਜਾਵਾਂਗੇ। ਉਹਨਾਂ ਨੇ ਕਿਹਾ ਕਿ ਸਭ ਚੜ੍ਹਦੀ ਕਲਾ 'ਚ ਆ, ਔਰ 26 ਦੀ ਕਾਲ ਉਵੇਂ ਸਟੈਂਡ ਕਰਦੀ ਹੈ ਜੇ, ਪਰ ਜੇ ਸਾਡੇ ਨਾਲ ਗੱਲਬਾਤ ਹੁੰਦੀ ਹੈ, ਡਿਟੇਲ ਸਾਰਾ ਕੁਝ ਪ੍ਰੈਕਟੀਕਲੀ ਹੋ ਜਾਂਦਾ ਹੈ, ਤਾਂ ਫਿਰ ਅਸੀਂ ਉਸੇ ਤਰੀਕੇ ਦੇ ਨਾਲ ਅੱਗੇ ਵਧਾਂਗੇ। ਕੈਮਰਾਮੈਨ ਮਨਪ੍ਰੀਤ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।